बारे कुछ लिखण लगा, कलम चुक के ओदे बारे कुछ लिखण लगा। दस ओदा भोलापन लिखा या उसकी चलाकी लिखा। दोवें राहां ते आके हथ मेरा रुक जांदा। दस उसका प्यार लिखा या उसकी जुदाई लिखा। सत श्री अकाल जी, मैं सरबजीत सिंह टक ते तुसी देख रहे हो एक बार फिर वही थोड़ा अपना मनपसंदा प्रोग्राम जिसका नाम है वाह जी वाह। हमेशा की तरह पहला एक कहानी। प्यारे दर्शकों, कहानी है एक राजा दी। किसी नगर का राजा सी, बहुत ही वधिया ईमानदार और जिहड़ा प्रजाप्रस्त जिन्होंने प्रजा नूं प्यार करने वाला वो राजा सी। ਉਹਦੇ ਰਾਜ ਵਿੱਚ सब कुछ ਵਧੀਆ ਚੱਲ ਰਿਹਾ ਸੀ। ਇੱਕ ਦਿਨ ਜਦੋਂ ਦੌਰੇ ਤੇ ਨਿਕਲਿਆ ਤੇ ਜਦੋਂ ਵਾਪਸ ਆ ਰਿਹਾ ਸੀ, ਸ਼ਾਮ ਹੋ ਗਈ ਉਹਨੂੰ ਆਂਦੇ ਆਂਦੇ, ਤੇ ਜਦੋਂ ਮਹਿਲ ਦੇ ਨਜ਼ਦੀਕ ਪਹੁੰਚਿਆ ਤਾਂ ਉਹਨੇ ਦੇਖਿਆ ਕਿ ਜਿਹੜਾ ਉਹਦਾ ਦਰਬਾਨ ਸੀ, ਉਹਦੇ ਜਿਹੜਾ ਮਹਿਲ ਦਾ ਦਰਬਾਨ ਸੀ, ਉਹਦੇ ਕੱਪੜੇ ਫਟੇ ਹੋਏ ਸੀ, ਬੜੀ ਬੁਰੀ ਹਾਲਤ ਵਿੱਚ ਸੀ। ਉਹਨੂੰ ਬੜਾ ਤਰਸ ਆਇਆ ਤੇ ਉਹਨੇ ਦਰਬਾਨ ਨੂੰ ਕਿਹਾ ਵੀ ਤੁਸੀਂ ਸਾਡੇ ਦਰਬਾਨ ਹੋ ਪਰ ਤੁਹਾਡੇ ਕੱਪੜੇ ਫਟੇ ਹੋਏ ਆ, ਕੀ ਗੱਲ? ਉਹ ਕਹਿੰਦਾ ਜੀ ਕਈ ਸਾਲਾਂ ਤੋਂ ਮੈਂ ਇਸ ਤਰ੍ਹਾਂ ਹੀ ਬੈਠਾ, ਬਸ ਕੱਪੜੇ ਹੈ ਨਹੀਂ, ਪੈਸੇ ਇੰਨੇ ਹੈ ਨਹੀਂ ਕਿ ਮੈਂ ਕੱਪੜੇ ਲੈ ਸਕਾਂ, ਕਿਉਂਕਿ ਮੈਂ ਆਪਣੇ ਘਰ ਦਾ ਗੁਜ਼ਾਰਾ ਕਰਦਾ ਆ ਜਿੰਨੇ ਤੁਸੀਂ ਪੈਸੇ ਦਿੰਦੇ ਹੋ, ਪਰ ਕੱਪੜੇ ਲੈਣ ਦੇ ਜੋਗੇ ਮੇਰੇ ਕੋਲ ਪੈਸੇ ਹੈ ਨਹੀਂ। ਰਾਜਾ ਨੇ ਕਿਹਾ ਵੀ ਠੀਕ ਹੈ, ਮੈਂ ਅੰਦਰ ਜਾਣਾ, ਮੈਂ ਤੈਨੂੰ ਨਵੇਂ ਕੱਪੜੇ ਭੇਜਦਾ। ਰਾਜਾ ਅੰਦਰ ਗਿਆ ਮਹਿਲ ਚ। ਅੰਦਰ ਜਾ ਕੇ ਆਪਣੇ ਰੋਜ਼ਾਨਾ ਦੇ ਕੰਮ ਚੋਂ ਮਸ਼ਰੂਫ ਹੋ ਗਿਆ, ਭੁੱਲ ਗਿਆ ਕਿ ਉਹਨੇ ਕਿਸੇ ਨੂੰ ਵਾਅਦਾ ਕੀਤਾ ਸੀ ਜਾਂ ਆਸ ਦਵਾਈ ਸੀ ਕਿ ਮੈਂ ਤੈਨੂੰ ਕੱਪੜੇ ਭੇਜਦਾ। ਤੇ ਅਗਲੇ ਦਿਨ ਸਵੇਰੇ ਫੇਰ ਉਹੀ ਜਦੋਂ ਨਿਕਲਿਆ ਤੇ ਉਹਨੂੰ ਦਰਵਾਜ਼ੇ ਦੇ ਬਾਹਰ, ਆਪਣੇ ਮਹਿਲ ਦੇ ਜਿਹੜਾ ਗੇਟ ਸੀ ਉਹਦੇ ਬਾਹਰ, ਉਹਨੂੰ ਉਸ ਦਰਬਾਨ ਦੀ ਲਾਸ਼ ਮਿਲੀ। ਤੇ ਲਾਸ਼ ਨੇ ਉਹਨੇ ਸਾਈਡ ਤੇ ਦੇਖਿਆ, ਲਾਸ਼ ਤੇ ਸਾਈਡ ਤੇ ਲਿਖਿਆ ਸੀ ਕਿਸੇ ਨੂੰ ਆਸ ਨਾ ਦਵਾਓ ਕਿਉਂਕਿ ਆਸ ਜੀਣ ਦਾ ਇੱਕ ਸਹਾਰਾ ਬਣ ਜਾਂਦੀ ਹੈ। ਰਾਜਾ ਨੂੰ ਬੜਾ ਦੁੱਖ ਹੋਇਆ ਪਰ ਉਹ ਸਮਝਿਆ ਨਹੀਂ ਵੀ ਇਹ ਗੱਲ ਕੀ ਹੋਈ। ਲੇਕਿਨ ਇਸ ਕਹਾਣੀ ਤੋਂ ਤੁਸੀਂ ਕੀ ਸਮਝੇ ਇਹ ਦੱਸੋ ਮੈਨੂੰ। ਕਹਾਣੀ ਚੋ ਇਹ ਨਿਕਲਿਆ, ਇਹਦਾ ਜਿਹੜਾ ਨਤੀਜਾ ਸੀ ਇਹ ਨਿਕਲਦਾ ਹੈ ਕਿ ਅਸੀਂ ਕਿਸੇ ਨੂੰ ਆਸ ਨਾ ਦਵਾਈਏ, ਤੇ ਆਸ ਦਵਾਈਏ ਤਾਂ ਉਹ ਆਸ ਪੂਰੀ ਵੀ ਕਰੀਏ। ਜਿਸ ਤਰ੍ਹਾਂ ਉਹ ਜਿਹੜਾ ਦਰਬਾਨ ਸੀ ਇੰਨੇ ਸਾਲਾਂ ਤੋਂ ਫਟੇ ਕੱਪੜਿਆਂ 'ਚ, ਠੰਡ ਵਿੱਚ ਵੀ ਉਹ ਉਸੇ ਕੱਪੜਿਆਂ 'ਚ ਕੰਮ ਕਰਦਾ ਰਿਹਾ ਪਰ ਉਹਨੂੰ ਕੁਝ ਨਹੀਂ ਹੋਇਆ। ਪਰ ਜਦੋਂ ਇੱਕ ਆਸ ਬੰਨੀ ਉਹਨੂੰ ਰਾਜਾ ਨੇ ਕਿ ਹਾਂ ਮੈਂ ਤੈਨੂੰ ਕੱਪੜੇ ਭੇਜਦਾ, ਫਿਰ ਉਸ ਤੋਂ ਉਹ ਠੰਡ ਬਰਦਾਸ਼ਤ ਨਹੀਂ ਹੋ ਸਕੀ ਔਰ ਉਸਨੇ ਦਮ ਤੋੜਤਾ। ਸੋ ਪਿਆਰੇ ਦਰਸ਼ਕੋ, ਇਸ ਕਹਾਣੀ ਚੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਅਸੀਂ ਜੇ ਕਿਸੇ ਨੂੰ ਆਸ ਦਵਾਉਂਦੇ ਆ ਤਾਂ ਅਸੀਂ ਉਹ ਆਸ ਨੂੰ ਪੂਰਾ ਜ਼ਰੂਰ ਕਰੀਏ, ਭੁੱਲਣਾ ਚਾਹੀਏ ਕਿ ਅਸੀਂ ਕਿਸੇ ਨਾਲ ਵਾਅਦਾ ਕੀਤਾ ਸੀ। ਸੋ ਇਹ ਸੀ ਅੱਜ ਦੀ ਕਹਾਣੀ। ਪਿਆਰੇ ਦਰਸ਼ਕੋ, ਬਹੁਤ ਛੋਟੀ ਜਿਹੀ ਕਹਾਣੀ ਹੈ ਲੇਕਿਨ ਇਹਦੇ ਪਿੱਛੇ ਜਿਹੜੀ ਸਿੱਖਿਆ ਸੀ ਉਹ ਬਹੁਤ ਬੜੀ ਸੀ। ਤੇ ਹੁਣ ਵੇਲਾ ਹੈ ਤੁਹਾਨੂੰ ਅੱਜ ਦੇ ਗੈਸਟ ਨਾਲ ਮਿਲਾਉਣ ਦਾ। ਅੱਜ ਦੇ ਗੈਸਟ ਸਾਡੇ ਨਾਲ ਇੰਡੀਆ ਤੋਂ ਜੁੜੇ ਨੇ ਔਰ ਇੱਕ ਐਸੀ ਸ਼ਖਸੀਅਤ ਨੇ ਜੋ ਪੰਜਾਬੀ ਮਾਂ ਬੋਲੀ ਨੂੰ ਬਹੁਤ ਕੁਝ ਦੇ ਰਹੇ ਨੇ ਔਰ ਉਹਨਾਂ ਦੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਈ ਵਰਿਆਂ ਤੋਂ ਕਰ ਰਹੇ ਨੇ, ਜਿਨ੍ਹਾਂ ਨੇ ਆਪਣੀਆਂ, ਜੇ ਮੈਂ ਗੱਲ ਕਰਾਂ, ਉਹਨਾਂ ਨੇ 6 ਪੰਜਾਬੀ ਵਿੱਚ ਕਿਤਾਬਾਂ ਲਿਖੀਆਂ, 4 ਹਿੰਦੀ ਵਿੱਚ ਵੀ ਲਿਖੀਆਂ, ਇਕੱਲੇ ਪੰਜਾਬੀ 'ਚ ਨਹੀਂ। ਉਹਨਾਂ ਨੇ ਆਪਣੀ ਜਿਹੜੀ ਕਹਿ ਲਓ ਕਿ ਨਾ ਮਾਸੀ ਬੋਲੀ ਜਿਹਨੂੰ ਆਪਾਂ ਕਹਿ ਲਈਏ, ਜੇ ਉਸ ਗੱਲ ਦੀ ਆਪਾਂ ਗੱਲ ਕਰ ਲਈ, ਜੇ ਪੰਜਾਬੀ ਮਾਂ ਬੋਲੀ ਤਾਂ ਉਹ ਮਾਸੀ ਬੋਲੀ ਹੈ, ਉਹਦੀਆਂ ਵੀ 4 ਕਿਤਾਬਾਂ ਲਿਖੀਆਂ। ਤੇ ਨਾਲ ਹੀ ਇਹਨਾਂ ਨੇ 40 ਕਿਤਾਬਾਂ ਨੂੰ ਟਰਾਂਸਲੇਟ ਵੀ ਕੀਤਾ, ਹਿੰਦੀ ਤੋਂ ਪੰਜਾਬੀ ਜਾਂ ਫਿਰ ਪੰਜਾਬੀ ਤੋਂ ਉਹਨਾਂ ਨੇ ਹਿੰਦੀ 'ਚ ਜਾਂ ਫਿਰ ਉਹਨੂੰ ਇੰਗਲਿਸ਼ ਵਿੱਚ ਵੀ ਟਰਾਂਸਲੇਟ ਕੀਤਾ। ਕਿੱਤੇ ਵਜੋਂ ਇਹ ਪੰਜਾਬੀ ਦੇ ਲੈਕਚਰਰ ਨੇ ਔਰ ਆਪਣੇ ਇਸ ਮਸਰੂਫੀਅਤ ਭਰੇ ਸਮੇਂ ਚੋਂ ਉਹ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਕਰਦੇ ਨੇ। ਇਹਨਾਂ ਨੇ ਉਸ ਵੇਲੇ ਲਿਖਣਾ ਸ਼ੁਰੂ ਕੀਤਾ ਜਦੋਂ ਅਲੜ ਉਮਰ ਵਿੱਚ ਬੱਚਾ ਆਪਣੇ ਕੈਰੀਅਰ ਬਾਰੇ ਸੋਚਦਾ ਜਾਂ ਹੋਰ ਕਿਸੇ ਕੰਮਾਂ ਬਾਰੇ ਸੋਚਦਾ। ਉਸ ਵੇਲੇ ਇਹਨਾਂ ਦੀ ਪਹਿਲੀ ਕਿਤਾਬ ਆਈ। ਇਹਨਾਂ ਦੀ ਪਹਿਲੀ ਕਿਤਾਬ ਨਿਰਵਾਣ ਦੀ ਤਲਾਸ਼ ਵਿੱਚ ਆਈ, ਉਸ ਵੇਲੇ ਜਦੋਂ ਬੱਚਾ ਹਲੇ ਆਪਣੇ ਕੈਰੀਅਰ ਬਾਰੇ ਸੋਚ ਰਿਹਾ ਹੁੰਦਾ। ਦੂਸਰੀ ਕਿਤਾਬ ਇਹਨਾਂ ਦੀ ਆਈ ਦਵੰਦ ਕਥਾ, ਤੀਸਰੀ ਸੀ ਯਕੀਨ, ਤੇ ਚੌਥੀ ਸ਼ਬਦ ਰਹਿਣਗੇ ਕੋਲ, ਤੇ ਪੰਜਵੀਂ ਆਈ ਸਿਮਰਤੀਆਂ ਦੀ ਲਾਲਟਨ, ਤੇ 6ਵੀਂ ਪਿਆਸ। ਅੱਜ ਐਸੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਦੇ ਹੋਏ ਮੈਂ ਵੀ ਮਾਣ ਮਹਿਸੂਸ ਕਰਦਾ ਕਿਉਂਕਿ ਜੋ ਪੰਜਾਬੀ ਮਾਂ ਬੋਲੀ ਨੂੰ ਇੰਨਾ ਕੁਝ ਦੇ ਰਹੇ ਨੇ, ਪਰ ਸਾਡੇ ਜੇ ਆਪਾਂ ਗੱਲ ਕਰੀਏ ਲੋਕੀ ਉਹਨਾਂ ਨੂੰ ਜਾਣਦੇ ਨਹੀਂ, ਉਹਨਾਂ ਨੂੰ ਪਹਿਚਾਣਦੇ ਨਹੀਂ। ਠੀਕ ਹੈ, ਉਹ ਆਪਣੇ ਏਰੀਏ 'ਚ ਉੱਥੇ ਰਹਿੰਦੇ ਨੇ ਲੇਕਿਨ ਉਹਨੂੰ ਸਾਰੇ ਜਾਣਦੇ ਨੇ। ਲੇਕਿਨ ਅੱਜ ਮੈਂ ਇੱਕ ਤੁਹਾਡਾ ਨਿਮਾਣਾ ਜਿਹਾ ਬੱਚਾ, ਜਿਹੜਾ ਕਿ ਕਹਿ ਲਓ ਭਰਾ ਕਹਿ ਲਓ, ਤੁਹਾਨੂੰ ਰੂਬਰੂ ਕਰਾਉਣਾ ਇਸ ਸ਼ਖਸੀਅਤ ਨਾਲ ਜਿਸ ਦਾ ਨਾਮ ਹੈ ਅਮਰਜੀਤ ਕੌਂਕੇ। ਅਮਰਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਪ੍ਰੋਗਰਾਮ ਵਾਹ ਜੀ ਵਾਹ ਵਿੱਚ। ਤੁਸੀਂ ਵੀ ਸਾਡੇ ਦਰਸ਼ਕਾਂ ਨਾਲ
ਫਤਿਹ ਸਾਂਝ ਕਰ ਲਓ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਸਰਬਜੀਤ ਜੀ, ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਮੈਨੂੰ ਜਿਹੜੇ ਦੇਸ਼ ਵਿਦੇਸ਼ ਵਿੱਚ ਵਸਦੇ ਤੁਹਾਡੇ ਦਰਸ਼ਕ ਨੇ, ਸਰੋਤੇ ਨੇ, ਪਾਠਕ ਨੇ ਸਾਡੇ, ਉਹਨਾਂ ਨਾਲ ਤੁਸੀਂ ਰੂਬਰੂ ਕੀਤਾ ਅੱਜ, ਤਾਂ ਬੜਾ ਚੰਗਾ ਲੱਗ ਰਿਹਾ। ਤੁਹਾਡਾ ਬਹੁਤ ਤਹਿ ਦਿਲੋਂ ਤੁਹਾਡਾ ਸ਼ੁਕਰੀਆ ਜੀ। ਅਮਰਜੀਤ ਜੀ, ਤੁਹਾਡਾ ਵੀ ਜੀ ਆਇਆਂ ਨੂੰ, ਔਰ ਸਾਨੂੰ ਵੀ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਤੁਹਾਡੇ ਵਰਗੀ ਸ਼ਖਸੀਅਤ ਨੂੰ ਮੈਨੂੰ ਮੌਕਾ ਮਿਲ ਰਿਹਾ ਹੈ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਦਾ। ਸਭ ਤੋਂ ਪਹਿਲਾਂ ਸਾਡੇ ਦਰਸ਼ਕ ਇਹ ਜਾਣਨਾ ਚਾਹਣਗੇ ਅਸੀਂ ਸਾਰੇ ਕਿ ਤੁਹਾਡਾ ਪਿਛੋਕੜ ਕੀ ਹੈ ਜੀ? ਸਾਡਾ ਪਿੰਡ, ਜਿਵੇਂ ਮੈਂ ਆਪਣੇ ਨਾਮ ਦੇ ਨਾਲ ਲਾਉਣਾ ਜੀ, ਕੌਂਕੇ। ਤਾਂ ਜਿਹੜਾ ਸਾਡਾ ਪਿੰਡ ਹੈ ਉਹ ਜਗਰਾਵਾਂ ਦੇ ਕੋਲੇ ਸਾਡਾ ਪਿੰਡ ਹੈ, ਕੌਂਕੇ ਕਲਾਂ। ਤਾਂ ਉੱਥੋਂ ਹੀ ਮੈਂ ਆਪਣੇ ਨਾਮ ਦੇ ਨਾਲ ਜਿਹੜਾ ਕੌਂਕੇ ਲਾਉਣਾ ਸ਼ੁਰੂ ਕੀਤਾ ਜੀ। ਤੇ ਬਾਅਦ ਦੇ ਵਿੱਚ ਅਸੀਂ ਮੇਰੇ ਫਾਦਰ ਸਾਹਿਬ ਜਿਹੜੇ ਕੌਂਕੇ ਪਿੰਡ ਚੋਂ ਲੁਧਿਆਣੇ ਆ ਗਏ। ਲੁਧਿਆਣੇ ਆ ਕੇ ਉਹ ਰਹਿਣ ਲੱਗ ਪਏ, ਉਹਨਾਂ ਨੇ ਘਰ ਬਣਾ ਲਿਆ ਆਪਣਾ। ਤਾਂ ਮੈਂ ਵੀ ਲੁਧਿਆਣੇ ਆ ਗਿਆ। ਸੋ ਜਿਹੜੀ ਮੇਰੀ ਮੁੱਢਲੀ ਪੜ੍ਹਾਈ ਸੀ ਜਿਹੜੀ, ਉਹ ਲੁਧਿਆਣੇ ਵਿੱਚ ਹੀ ਹੋਈ। ਤਾਂ ਲੁਧਿਆਣੇ ਰਹਿੰਦੇ ਹੀ ਮੈਂ ਮਤਲਬ ਜਿਹੜੀ ਆਪਣੀ ਹਾਇਰ ਸੈਕੰਡਰੀ ਕੀਤੀ, ਡਿਪਲੋਮਾ ਕੀਤਾ ਆਪਣਾ। ਤਾਂ ਮੇਰੇ ਫਾਦਰ ਸਾਹਿਬ ਉੱਥੇ ਹੀ ਇੱਕ ਕਲਰਕ ਸੀ, ਇੱਕ ਫੈਕਟਰੀ ਦੇ ਵਿੱਚ। ਤਾਂ ਬਚਪਨ 'ਚ ਇਸ ਤਰ੍ਹਾਂ ਦਾ ਜਿਹੜਾ ਸੀਗਾ, ਹਾਂਜੀ, ਇਸ ਤਰ੍ਹਾਂ ਦੇ ਪਰਿਵਾਰ ਦੇ ਵਿੱਚ, ਇੱਕ ਸਧਾਰਨ ਜਿਹਾ ਪਰਿਵਾਰ ਸੀ ਉਸ ਵਿੱਚ ਜਿਹੜਾ ਜਨਮ ਲਿਆ ਜੀ। ਚਲੋ, ਤੁਸੀਂ ਗੱਲ ਕੀਤੀ ਸਧਾਰਨ ਪਰਿਵਾਰ ਚੋਂ ਤੁਸੀਂ ਪੜ੍ਹ ਲਿਖ ਕੇ ਲਿਖਣਾ ਸ਼ੁਰੂ ਕੀਤਾ ਔਰ ਕਿਤੇ ਵਜੋਂ ਲੈਕਚਰਰ ਵੀ ਹੋ, ਔਰ ਤੁਸੀਂ PhD ਵੀ ਕੀਤੀ ਹੈਗੀ ਆ ਜਸਵੰਤ ਸਿੰਘ ਕੰਵਲ ਹੋਣਾ ਦੇ ਨਾਲ, ਉਹਨਾਂ ਦੇ ਉੱਪਰ। ਇਹਦੇ ਬਾਰੇ ਵੀ ਸਾਨੂੰ ਕੁਝ ਦੱਸੋ। ਮੈਂ ਨਾ ਜੀ ਸਰਬਜੀਤ ਜੀ, ਜਦੋਂ ਮੈਂ ਡਿਪਲੋਮਾ ਕੀਤਾ, 10ਵੀਂ ਤੋਂ ਬਾਅਦ ਡਿਪਲੋਮਾ ਕਰ ਲਿਆ, ਤੇ ਡਿਪਲੋਮੇ ਤੋਂ ਬਾਅਦ ਉਦੋਂ ਨਾ ਵੋਕੇਸ਼ਨਲ ਲੈਕਚਰਰ ਦੀਆਂ ਪੋਸਟਾਂ ਨਿਕਲਦੀਆਂ ਹੁੰਦੀਆਂ ਸੀਗੀਆਂ, ਵੋਕੇਸ਼ਨਲ ਮਾਸਟਰ ਦੀਆਂ, ਜਿਹੜੇ ਕਿੱਤਾ ਮਾਸਟਰ ਜਿਹਨੂੰ ਕਹਿੰਦੇ ਆ। ਤਾਂ ਮੇਰੀ ਕਿਉਂਕਿ ਮਤਲਬ ਟੈਕਨੀਕਲ ਐਜੂਕੇਸ਼ਨ ਸੀ, ਮੇਰਾ ਡਿਪਲੋਮਾ ਜਿਹੜਾ ਸੀਗਾ ਉਹ ਨਿਟਿੰਗ ਟੈਕਨੋਲੋਜੀ ਵਿੱਚ ਸੀਗਾ। ਤਾਂ ਉਹਦੇ ਨਾਲ ਮੈਨੂੰ ਜਿਹੜੀ ਸੀ 85 ਦੇ 1985 ਦੇ ਵਿੱਚ ਜਿਹੜੀ ਆ ਉਹ ਸਰਕਾਰੀ ਜੌਬ ਮਿਲ ਗਈ, ਤੇ ਮੈਂ ਇੱਧਰ ਜਿਹੜਾ ਐਜ਼ ਏ ਵੋਕੇਸ਼ਨਲ ਮਾਸਟਰ ਉੱਥੇ ਜੁਆਇਨ ਕਰ ਗਿਆ। ਤੇ ਪਰ ਇਹਦੇ ਨਾਲ ਨਾਲ ਚੱਲਦੇ ਮੈਂ ਉਹ 10ਵੀਂ ਪਾਸ ਸੀਗਾ, ਇਹ 85 ਦੀ ਗੱਲ ਆ, 1985 ਦੀ ਗੱਲ ਆ। ਉਦੋਂ ਮੇਰੀ ਉਮਰ 21 ਸਾਲ ਦੀ ਸੀਗੀ। ਤਾਂ ਫਿਰ ਮੈਂ ਬਾਅਦ ਦੇ ਵਿੱਚ ਉੱਥੇ ਜਾ ਕੇ, ਜਾਣੀ ਜਦੋਂ ਮੈਂ ਨੌਕਰੀ ਕਰਨ ਲੱਗ ਗਿਆ, ਤਾਂ ਨੌਕਰੀ ਕਰਨ ਦੇ ਨਾਲ ਨਾਲ ਫਿਰ ਮੈਂ ਪੜ੍ਹਨਾ ਸ਼ੁਰੂ ਕੀਤਾ। ਫਿਰ ਮੈਂ ਪਹਿਲਾਂ ਗਿਆਨੀ ਕੀਤੀ, ਫਿਰ ਮੈਂ BA ਕੀਤੀ, ਫਿਰ MA ਕੀਤੀ। MA ਤੋਂ ਬਾਅਦ ਫਿਰ ਮੈਂ ਡਾਕਟਰ ਰਘਵੀਰ ਸਿੰਘ ਸਿਰਜਣਾ, ਮੇਰੇ ਗੁਰੂ ਜੀ ਸੀਗੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਉਹਨਾਂ ਦਿਨਾਂ 'ਚ। ਤਾਂ ਉਹਨਾਂ ਕੋਲ ਫਿਰ ਮੈਂ PhD ਕੀਤੀ, ਤੇ ਮੇਰੀ PhD ਜਿਹੜੀ ਸੀ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦਾ ਥੀਮਕ ਅਧਿਐਨ, ਉਸ ਵਿਸ਼ੇ ਤੇ ਮੈਂ PhD ਕੀਤੀ। ਹਾਂਜੀ ਜੀ, ਤੁਸੀਂ PhD ਵੀ ਕੀਤੀ, ਔਰ ਤੁਸੀਂ ਦੱਸਿਆ ਵੀ ਜਿਹੜੀਆਂ ਤੁਹਾਡੀਆਂ ਕਿਤਾਬਾਂ ਕਾਫੀ ਮਸ਼ਹੂਰ ਵੀ ਹੋਈਆਂ ਔਰ ਪੜ੍ਹੀਆਂ ਵੀ ਜਾਂਦੀਆਂ ਰਹੀਆਂ, ਔਰ ਉਹਨੂੰ ਟ੍ਰਾਂਸਲੇਟ ਵੀ ਕੀਤਾ ਗਿਆ। ਹੁਣ ਜੇ ਮੈਂ ਗੱਲ ਕਰਾਂ, ਤੁਹਾਡੀ ਇੱਕ ਕਿਤਾਬ ਸੀ ਉਹ ਨੇਪਾਲੀ ਵਿੱਚ ਵੀ ਟ੍ਰਾਂਸਲੇਟ ਹੋਈ ਹੈ। ਸੋ ਇਹਦੇ ਬਾਰੇ ਵੀ ਸਾਨੂੰ ਕੁਝ ਦੱਸੋ ਕਿ ਨੇਪਾਲ 'ਚ ਵੀ ਤੁਹਾਡੀਆਂ ਕਿਤਾਬਾਂ ਨੂੰ ਪੜ੍ਹਿਆ ਜਾਂਦਾ ਹੈ। ਦਰਅਸਲ ਇਹ ਮੈਨੂੰ ਲੱਗਦਾ ਕਿ ਮੈਂ ਜਿਹੜਾ, ਜਦੋਂ ਮੈਂ ਸ਼ੁਰੂ 'ਚ 85 'ਚ ਜਦੋਂ ਮੈਂ ਨੌਕਰੀ ਜੁਆਇਨ ਕੀਤੀ, ਤਾਂ ਉਸ ਵੇਲੇ ਸਾਡੀ ਇੱਕ ਪਹਿਲੀ ਕਿਤਾਬ ਛਪੀ ਜਿਹੜੀ ਸੀਗੀ, ਜਿਹਦਾ ਨਾਂ ਸੀ ਦਾਇਰਿਆਂ ਦੀ ਕਬਰ ਵਿੱਚੋਂ। ਉਹ ਸੁਰਜੀਤ ਪਾਤਰ ਸਾਹਿਬ ਨੇ ਐਡ ਕੀਤੀ ਸੀ। ਉਹਦੇ ਵਿੱਚ ਸਾਡੀਆਂ 3 ਜਣੇ ਦੀਆਂ 3 ਕਵੀਆਂ ਦੀਆਂ ਕਵਿਤਾਵਾਂ ਸੀਗੀਆਂ, ਮੇਰੀਆਂ, ਸਵਰਨਜੀਤ ਸਵੀ, ਇੱਕ ਬਲਜੀਤ ਮੋਗਾ। ਤਾਂ ਉਸ ਤੋਂ ਬਾਅਦ ਫਿਰ ਮੇਰੀ 87 ਦੇ ਵਿੱਚ, ਮਤਲਬ 1987 ਦੇ ਵਿੱਚ ਮੇਰੀ ਪਹਿਲੀ ਕਿਤਾਬ ਛਪੀ, ਨਿਰਵਾਣ ਦੀ ਤਲਾਸ਼ ਵਿੱਚ। ਤਾਂ ਉਸ ਤੋਂ ਬਾਅਦ ਫਿਰ ਦਵੰਦ ਕਥਾ ਛਪੀ। ਤਾਂ ਫਿਰ ਦਵੰਦ ਕਥਾ ਤੋਂ ਬਾਅਦ ਫਿਰ ਯਕੀਨ ਕਿਤਾਬ ਛਪੀ, ਤੀਸਰੀ ਕਿਤਾਬ ਮੇਰੀ ਜਿਹੜੀ। ਤੇ ਯਕੀਨ ਤੋਂ ਬਾਅਦ ਫਿਰ ਸ਼ਬਦ ਰਹਿਣਗੇ ਕੋਲ ਛਪੀ, ਹੈ ਨਾ ਜੀ। ਸ਼ਬਦ ਰਹਿਣਗੇ ਕੋਲ ਤੋਂ ਬਾਅਦ ਜਿਹੜੀ ਅਗਲੀ ਕਿਤਾਬ ਛਪੀ ਸਿਮਰਤਿਆਂ ਦੀ ਲਾਲਟੈਨ। ਤਾਂ ਸਿਮਰਤਿਆਂ ਦੀ ਲਾਲਟੈਨ ਤੋਂ ਬਾਅਦ ਫਿਰ ਮੇਰੀ ਕਿਤਾਬ ਛਪੀ ਪਿਆਸ। ਤਾਂ ਉਹ ਹੋਇਆ ਇਹ ਕਿ ਜਦੋਂ ਮੈਂ ਸ਼ੁਰੂ ਵਿੱਚ ਹੀ, ਕਿਉਂਕਿ ਜਦੋਂ ਮੈਂ ਆਪਣੀ ਕਵਿਤਾ ਲਿਖਣੀ ਸ਼ੁਰੂ ਕੀਤੀ, ਤਾਂ ਉਸ ਤੋਂ ਨਾਲ ਨਾਲ ਹੀ ਮੈਨੂੰ ਕਿਉਂਕਿ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਜਿਹੜਾ ਸਾਹਿਤ ਸੀ ਉਹ ਪੜ੍ਹਨ ਦਾ ਸ਼ੌਕ ਸੀ। ਖਾਸ ਤੌਰ ਤੇ ਹਿੰਦੀ ਦੇ ਵਿੱਚ ਜਿਹੜੇ ਉਹਨਾਂ ਦਿਨਾਂ 'ਚ ਮੈਗਜ਼ੀਨ ਆਉਂਦੇ ਸੀ, ਸਾਰਕਾ ਜਾਂ ਹੋਰ ਜਿਹੜਾ ਹਿੰਦੀ ਦਾ ਲਿਟਰੇਚਰ ਸੀ, ਉਹ ਮੈਂ ਉਹਨੂੰ ਪੜ੍ਹਨਾ ਸ਼ੁਰੂ ਕੀਤਾ। ਤਾਂ ਮੈਂ ਨਾਲੋਂ ਨਾਲ ਉਹਨੂੰ ਅਨੁਵਾਦ ਵੀ ਕਰਨਾ ਸ਼ੁਰੂ ਕੀਤਾ। ਤੇ ਉਹ ਅਨੁਵਾਦ ਕਰਨ ਦੇ ਨਾਲ ਨਾਲ ਜਿਹੜਾ ਮੇਰਾ ਰਾਬਤਾ ਸੀਗਾ, ਉਹ ਜਦੋਂ ਮੈਂ ਹਿੰਦੀ ਕਵੀਆਂ ਨੂੰ, ਪਹਿਲੀ ਕਿਤਾਬ ਜਿਹੜੀ ਸੀ ਮੈਂ ਡਾਕਟਰ ਕੇਦਾਰਨਾਥ ਸਿੰਘ ਉਹਨਾਂ ਦੀ ਅਨੁਵਾਦ ਕੀਤੀ। ਤਾਂ ਅਕਾਲ ਵਿੱਚ ਸਾਰਸ ਉਹਦਾ ਸੀਗਾ, ਔੜ ਵਿੱਚ ਸਾਰਸ ਮੈਂ ਅਨੁਵਾਦ ਕੀਤਾ। ਤਾਂ ਜਿਹੜਾ ਮੇਰਾ ਹਿੰਦੀ ਜਿਹੜੇ ਸੀਗੇ ਕਵੀ, ਉਹਨਾਂ ਨਾਲ ਵੀ ਰਾਬਤਾ ਬਣਨਾ ਸ਼ੁਰੂ ਹੋਇਆ, ਹਿੰਦੀ ਦੇ ਦੋਸਤ ਬਣਨੇ ਸ਼ੁਰੂ ਹੋ ਗਏ। ਤਾਂ ਉਹ ਹਿੰਦੀ ਦੇ ਇਸ ਤਰ੍ਹਾਂ ਦਾ ਇੱਕ ਦਾਇਰਾ ਬਣਦਾ ਗਿਆ ਵੀ ਜਿਹੜੇ ਹੌਲੀ ਹੌਲੀ ਇੱਕ ਜਿਵੇਂ ਕੁਦਰਤੀ, ਜਿਵੇਂ ਮੈਂ ਹਿੰਦੀ ਵਾਲੇ ਬੰਦਿਆਂ ਨਾਲ ਵੀ ਜੁੜਦਾ ਗਿਆ, ਹਿੰਦੀ ਦੇ ਦੋਸਤ ਬਣਦੇ ਗਏ। ਅੱਛਾ, ਉਹਨਾਂ ਨੇ ਵੀ ਬਾਅਦ 'ਚ ਮੈਨੂੰ ਕਹਿਣਾ ਸ਼ੁਰੂ ਕੀਤਾ ਵੀ ਭਾਈ ਆਪ ਆਪਣੀ ਕਵਿਤਾएं ਹमें ਪੜ੍ਹਾਓ। ਤਾਂ ਉਹ 'ਚ ਫਿਰ ਮੈਂ ਹਿੰਦੀ 'ਚ ਆਪਣੀਆਂ ਕਵਿਤਾਵਾਂ ਕੁਝ ਟ੍ਰਾਂਸਲੇਟ ਕੀਤੀਆਂ, ਬਾਅਦ 'ਚ ਲਿਖੀਆਂ ਵੀ। ਤਾਂ ਉਹ ਇਸ ਤਰ੍ਹਾਂ ਕਰਦੇ ਕਰਦੇ ਹਿੰਦੀ ਦੇ ਨਾਲ ਵੀ ਇੱਦਾਂ ਦਾ ਜਦੋਂ ਰਾਬਤਾ ਬਣ ਗਿਆ, ਤਾਂ ਉਹਦੇ ਬਾਅਦ ਦੇ ਵਿੱਚ ਜਿਹੜਾ ਸੀਗੇ ਉਹ, ਮਤਲਬ ਜਿਵੇਂ
ਦੂਸਰੀਆਂ ਭਾਸ਼ਾਵਾਂ ਦੇ ਜਿਹੜੇ ਜਦੋਂ ਹਿੰਦੀ ਦੇ ਵਿੱਚ ਜਿਹੜੇ ਸਾਹਿਤ ਅਕਾਡਮੀ, ਇੱਕ ਵਾਰੀ ਸਾਨੂੰ ਸਾਹਿਤ ਅਕਾਡਮੀ ਦਿੱਲੀ ਦੇ ਵਿੱਚ ਯੰਗ ਇੰਡੀਅਨ ਪੋਇਟਸ ਪ੍ਰੋਗਰਾਮ ਹੋਇਆ, ਉਹਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ। ਉਹ 'ਚ ਪੰਜਾਬੀ ਨੂੰ ਮੈਂ ਰੀਪ੍ਰਜੈਂਟ ਕੀਤਾ ਸੀ ਜੀ। ਇਸੇ ਤਰ੍ਹਾਂ ਹੀ ਜਿਹੜੇ ਜੀ ਮਤਲਬ ਜਿੰਨੀਆਂ ਹੋਰ 24 ਭਾਸ਼ਾਵਾਂ ਦੇ ਜਿਹੜੇ ਕਵੀ ਸੀ, ਉਹ ਵੀ ਇੱਕ ਇੱਕ ਕਵੀ ਇੱਕ ਇੱਕ ਭਾਸ਼ਾ ਨੂੰ ਰਿਪਰੈਜ਼ੈਂਟ ਕੀਤਾ। ਤਾਂ ਉਸ ਵੇਲੇ ਜਿਹੜੇ ਸਾਰੀਆਂ ਜੀ ਭਾਸ਼ਾਵਾਂ ਦੇ ਜਿਹੜੇ ਕਵੀ ਸੀ, ਸਾਨੂੰ ਇੱਕ ਦੂਜੇ ਨਾਲ ਰਾਬਤਾ ਬਣਿਆ। ਤਾਂ ਇਸ ਤਰ੍ਹਾਂ ਜਿਹੜੇ ਦੂਜੀਆਂ ਭਾਸ਼ਾਵਾਂ ਦੇ ਕਵੀਆਂ ਨਾਲ ਵੀ ਰਾਬਤਾ ਬਣਦਾ ਗਿਆ। ਤਾਂ ਜਿਹੜੀ ਮੇਰੀ ਹੁਣ ਆਹ ਨੇਪਾਲੀ 'ਚ ਕਿਤਾਬ ਹੋਈ, ਪਿੱਛੇ ਕਿਤਾਬ ਹੋਈ, ਮੇਰੀ ਸਿਲੈਕਟਡ ਪੋਇਟਰੀ ਜਿਹੜੀ ਆ ਉਹ ਨੇਪਾਲੀ ਵਿੱਚ ਅਨੁਵਾਦ ਜੀ ਹੋਈ। ਤਾਂ ਉਹ ਜਿਹੜੇ ਭਵੀ ਲਾਲ ਲਾਮੀਸ਼ਾ ਨੇ ਜਿਨ੍ਹਾਂ ਨੇ ਅਨੁਵਾਦ ਕੀਤੀ, ਉਹ ਮੇਰੇ ਉਦੋਂ ਦੇ ਹੀ ਦੋਸਤ ਨੇ। ਉਹ ਇੱਥੇ ਜੀ ਰਹਿੰਦੇ ਹੈਗੇ, ਆਪਣੇ ਨੇਪਾਲ ਦੇ ਵਿੱਚ ਰਹਿੰਦੇ ਆ। ਤਾਂ ਉਹਨਾਂ ਨੇ ਉਹ ਕਿਤਾਬ ਜਿਹੜੀ ਜੀ ਅਨੁਵਾਦ ਕੀਤੀ। ਸੋ ਬੜੀ ਮਾਣ ਦੀ ਗੱਲ ਹੈ ਜੇ ਕਿ ਜੇ ਆਪਣੀਆਂ ਕਿਤਾਬਾਂ ਜੇ ਨੇਪਾਲੀ ਭਾਸ਼ਾ 'ਚ ਵੀ ਪੜ੍ਹੀ ਜਾਂਦੀ ਆ ਔਰ ਉਹਨਾਂ ਨੂੰ ਵੀ ਵਧੀਆ ਲੱਗਦੀਆਂ, ਤਾਂ ਇਹ ਸਾਡੇ ਕਹਿ ਲਓ ਪੰਜਾਬੀਆਂ ਲਈ ਔਰ ਪੰਜਾਬੀਅਤ ਲਈ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਪੰਜਾਬੀ ਲੇਖਕਾਂ ਦੀ ਕਿਤਾਬਾਂ ਹੋਰ ਭਾਸ਼ਾਵਾਂ ਛਾਪ ਕੇ ਉਹ ਵੀ ਪੜ੍ਹਦੇ ਨੇ। ਨਹੀਂ, ਉਹਨਾਂ ਦੇ ਅਹ ਮੈਸੇਜ ਆਉਂਦੇ, ਨੇਪਾਲੀ ਜਿਹੜੇ ਬੰਦੇ ਆ ਉਹਨਾਂ ਦੇ ਮੈਸੇਜ ਆਉਂਦੇ ਆ, ਉਹ ਬੜਾ ਮਤਲਬ ਭਾਵ ਇਹ ਵੀ ਉੱਥੇ ਵੀ ਉਧਰ ਕਿਤਾਬ ਪੜ੍ਹੀ ਜਾਂਦੀ ਆ, ਲੋਕ ਪੜ੍ਹਦੇ ਉਧਰ ਵੀ ਕਵਿਤਾ ਨੂੰ ਪੜ੍ਹਨਾ ਪਸੰਦ ਕਰਦੇ ਹਨ। ਜੀ ਅਮਰਜੀਤ ਜੀ, ਇੱਕ ਗੱਲ ਹੋਰ, ਤੁਸੀਂ ਆਪਣੀ ਇੱਕ ਮੈਗਜ਼ੀਨ ਵੀ ਕੱਢਦੇ ਹੋ, ਜਿਹੜਾ ਪ੍ਰਤੀਮਾਨ ਮੈਗਜ਼ੀਨ ਹੈ, ਉਹਦੇ ਚੀਫ ਐਡੀਟਰ ਵੀ ਹੋ। ਇੰਨਾ ਮਸਰੂਫੀਅਤ, ਤੁਸੀਂ ਆਪ ਪੜ੍ਹਾਉਂਦੇ ਵੀ ਹੋ, ਫਿਰ ਤੁਸੀਂ ਕਿਤਾਬਾਂ ਵੀ ਲਿਖਦੇ ਹੋ ਔਰ ਫਿਰ ਐਡੀਟਿੰਗ ਵੀ ਕਰਦੇ ਹੋ। ਇਹ ਕਿਸ ਤਰ੍ਹਾਂ ਇੰਨਾ ਟਾਈਮ ਕੱਢ ਲੈਂਦੇ ਹੋ ਫਿਰ ਤੁਸੀਂ ਲਿਖਣ ਵਾਸਤੇ? ਨਹੀਂ, ਬਸ ਟਾਈਮ ਤਾਂ ਨਿਕਲ ਜਾਂਦਾ। ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਬੰਦਾ ਜਿਹਨੇ ਕੰਮ ਕਰਨਾ ਨਾ, ਤਾਂ ਜੇ ਤੁਹਾਡੇ ਅੰਦਰ ਇੱਕ ਜੀ ਪੈਸ਼ਨ ਹੈ, ਜਿਹੜਾ ਤੁਹਾਡੇ ਅੰਦਰ ਇੱਕ ਭਾਵਨਾ ਹੈਗੀ, ਜੀ ਜਿਹੜਾ ਅੰਦਰ ਤੁਹਾਡੇ ਅੰਦਰ ਇੱਕ, ਉਹ ਤੁਹਾਤੋਂ ਕੰਮ ਆਪਣੇ ਆਪ ਹੀ ਕਰਵਾਉਂਦਾ ਰਹਿੰਦਾ। ਤੇ ਮੈਨੂੰ ਲੱਗਦਾ ਵੀ ਜਿਹੜਾ ਜੀ ਬੰਦਾ ਵਿਹਲਾ ਹੁੰਦਾ, ਉਹੀ ਸਭ ਤੋਂ ਵੱਧ ਉਹੀ ਰੁੱਝਿਆ ਹੁੰਦਾ ਵੈਸੇ। ਤੇ ਪਰ ਜਿਹੜੇ ਬੰਦੇ ਜਿਨ੍ਹਾਂ ਜੀ ਨੇ ਕੰਮ ਕਰਨਾ ਹੁੰਦਾ, ਮਤਲਬ ਅਸੀਂ ਜਿਹੜਾ ਮੈਗਜ਼ੀਨ ਹੈ, ਮੈਂ ਇਹ 2003 ਤੋਂ ਅਸੀਂ ਛਾਪ ਰਹੇ ਹਾਂ। 18 ਸਾਲ ਹੋ ਗਏ ਜਾਣੀ ਮੈਗਜ਼ੀਨ ਕੱਢਦੇ ਨੂੰ, ਤੇ ਜੀ ਲਗਾਤਾਰ ਅਸੀਂ ਅੰਕੇ ਤੇ ਕੱਢ ਰਹੇ ਹਾਂ, ਹਨਾ। ਤਾਂ ਬਸ ਇਹ ਇਸ ਤਰ੍ਹਾਂ ਹੀ ਜਿਵੇਂ ਇੱਕ ਰੂਟੀਨ ਹੀ ਬਣੀ ਲਾਈਫ ਦੀ, ਕਿ ਮੈਨੂੰ ਇਹ ਸਾਰਾ ਕੁਝ ਕਰਨਾ ਚੰਗਾ ਲੱਗਦਾ, ਲਿਖਣਾ ਪੜ੍ਹਨਾ ਚੰਗਾ ਲੱਗਦਾ, ਅਨੁਵਾਦ ਕਰਨਾ ਚੰਗਾ ਲੱਗਦਾ, ਜਾਂ ਆਪਣੇ ਆਪ ਨੂੰ ਖਾਸ ਤੌਰ ਤੇ ਆਪਾਂ ਕਹਿ ਲਈਏ ਕਿ ਮੈਨੂੰ ਬਿਜ਼ੀ ਰਹਿਣਾ, ਆਪਣੇ ਆਪ ਨੂੰ ਬਿਜ਼ੀ ਰੱਖਣਾ ਮੈਨੂੰ ਮਤਲਬ ਬੜਾ ਇਹ ਖਾਸ ਤੌਰ ਤੇ ਸ਼ਬਦਾਂ ਦੇ ਵਿੱਚ ਬਿਜ਼ੀ ਰਹਿਣਾ, ਕਵਿਤਾਵਾਂ ਦੇ ਨਾਲ ਰਹਿਣਾ, ਜੀ ਸਾਹਿਤ ਦੇ ਨਾਲ ਰਹਿਣਾ। ਉਹ ਭਾਵੇਂ ਕੋਈ ਵੀ ਤਰੀਕਾ ਹੋਵੇ, ਭਾਵੇਂ ਉਹ ਮੈਗਜ਼ੀਨ ਹੋਵੇ, ਭਾਵੇਂ ਉਹ ਅਨੁਵਾਦ ਹੋਵੇ, ਭਾਵੇਂ ਆਪਣੀ ਕਵਿਤਾ ਹੋਵੇ, ਮਤਲਬ ਮੈਨੂੰ ਹਰ ਤਰ੍ਹਾਂ ਦੇ ਨਾਲ ਜਿਹੜਾ ਸ਼ਬਦਾਂ ਦੇ ਨਾਲ ਰਹਿਣਾ, ਕਵਿਤਾ ਦੇ ਨਾਲ ਰਹਿਣਾ, ਸਾਹਿਤ ਦੇ ਨਾਲ ਜੁੜੇ ਰਹਿਣਾ, ਜਿਹੜਾ ਉਹ ਚੰਗਾ ਲੱਗਦਾ। ਕੀ ਬਾਤ ਹੈ ਜੀ। ਅਮਰਜੀਤ ਜੀ, ਹੁਣ ਗੱਲ ਕਰਦੇ ਹਾਂ ਤੁਹਾਡੇ ਸਾਹਿਤਕ ਸਫ਼ਰ ਦੀ। ਸਾਹਿਤਕ ਸਫ਼ਰ ਤੁਸੀਂ ਕਾਫੀ ਬੜੇ ਨਾਮਵਰ ਜਿਹੜੇ ਸਾਡੇ ਰਾਈਟਰ ਨੇ, ਆਪਾਂ ਕਹਿ ਲਈਏ ਪੰਜਾਬੀ ਮਹਾਂਬਲੀ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਦੇ ਦਿੱਤਾ, ਜਿੱਦਾਂ ਸੁਰਜੀਤ ਪਾਤਰ ਜੀ ਨੇ ਜਾਂ ਅੰਮ੍ਰਿਤਾ ਪ੍ਰੀਤਮ ਜੀ ਨੇ, ਤੁਸੀਂ ਇਹਨਾਂ ਨਾਲ ਵੀ ਆਪਣੀ ਸਾਂਝ ਰੱਖੀ ਹੋਈ ਹੈ। ਮੈਂ ਦਰਸ਼ਕਾਂ ਨੂੰ ਦੱਸ ਦਵਾਂ, ਤਸਵੀਰ ਤੇ ਦੇਖ ਵੀ ਲਓ ਤੁਸੀਂ, ਅੰਮ੍ਰਿਤਾ ਪ੍ਰੀਤਮ ਜੀ ਨਾਲ ਇਹਨਾਂ ਦੀ ਤਸਵੀਰ ਵੀ ਛਪੀ ਹੋਈ ਹੈ। ਸੋ ਇਹਦੇ ਬਾਰੇ ਵੀ ਦੱਸੋ, ਕਿਸ ਤਰ੍ਹਾਂ ਇਹ ਸਬਬ ਬਣਿਆ ਕਿ ਤੁਸੀਂ ਅੰਮ੍ਰਿਤਾ ਪ੍ਰੀਤਮ ਹੁਣ ਨਾਲ ਵੀ ਕੋਈ ਪ੍ਰੋਗਰਾਮ ਕੀਤਾ, ਜਾਂ ਉਹਨਾਂ ਨੂੰ ਕਿਸ ਤਰ੍ਹਾਂ ਮਿਲੇ, ਔਰ ਕਿਉਂਕਿ ਤੁਹਾਨੂੰ ਕਾਫੀ ਸੰਸਥਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ, ਕੁਛ ਇਹਦੇ ਬਾਰੇ ਵੀ ਜਾਣਨਾ। ਨਹੀਂ, ਅੰਮ੍ਰਿਤਾ ਹੋਣਾ ਨਾਲ ਤਾਂ ਦਰਅਸਲ ਮੈਂ ਜਦੋਂ ਤੁਹਾਨੂੰ ਦੱਸਿਆ ਕਿ ਮੈਂ 1980-81 ਦੇ ਵਿੱਚ ਜਦੋਂ ਕਵਿਤਾ ਲਿਖਣੀ ਸ਼ੁਰੂ ਕੀਤੀ, ਤਾਂ ਉਹ 81-82 ਦੇ ਵਿੱਚ ਹੀ ਮੈਂ ਉਹਨਾਂ ਦਿਨਾਂ ਦੇ ਵਿੱਚ ਨਾਗਮਣੀ ਮੈਗਜ਼ੀਨ ਕੱਢਦੇ ਹੁੰਦੇ ਸੀ ਅੰਮ੍ਰਿਤਾ ਪ੍ਰੀਤਮ ਹੋਣੀ, ਤੇ ਬੜਾ ਮਕਬੂਲ ਮੈਗਜ਼ੀਨ ਸੀ, ਜਿਹੜਾ ਜਿਹਦੀ ਪੰਜਾਬੀ ਦੇ ਵਿੱਚ ਬੜਾ ਜ਼ਿਕਰ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ। ਤੇ ਮੇਰੇ ਮਨ ਵਿੱਚ ਵੀ ਬੜੀ ਰੀਝ ਹੁੰਦੀ ਸੀ ਕਿ ਮੈਂ ਉਸ ਮੈਗਜ਼ੀਨ 'ਚ ਛਪਾਂ। ਸਾਰੇ ਕਵੀਆਂ ਦੀ ਰਾਦਰ ਇੱਕ ਮਤਲਬ ਉਹਨਾਂ ਦੀ ਇੱਛਾ ਹੁੰਦੀ ਸੀ ਕਿ ਨਾਗਮਣੀ ਛਪਣ। ਤਾਂ ਮੈਂ ਜਦੋਂ ਨਾਗਮਣੀ ਵਿੱਚ ਉਹਨਾਂ ਨੂੰ ਕਵਿਤਾ ਭੇਜੀ ਅੰਮ੍ਰਿਤਾ ਹੁਣ ਪਹਿਲੀ ਵਾਰ, ਤਾਂ ਉਹਨਾਂ ਨੇ ਮੇਰੀ ਜਿਹੜੀ ਪਹਿਲੀ ਕਵਿਤਾ ਸੀ ਉਹ ਨਾਗਮਣੀ ਦੇ ਵਿੱਚ ਉਹਦੇ ਵਿੱਚ ਛਾਪੀ ਉਹਨਾਂ ਨੇ। ਤੇ ਛਾਪ ਕੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਜਦੋਂ ਵੀ ਮੈਂ ਕਵਿਤਾਵਾਂ ਭੇਜਦਾ, ਤਾਂ ਉਹਨਾਂ ਦੀਆਂ ਜਿਹੜੀਆਂ ਚਿੱਠੀਆਂ, ਹੁਣ ਵੀ ਮੇਰੇ ਕੋਲ ਉਹਨਾਂ ਦੀ ਚਿੱਠੀਆਂ ਪਈਆਂ ਨੇ ਉਹਨਾਂ ਦੀਆਂ, ਤਾਂ ਉਹ ਜਿਹੜੀਆਂ ਫਿਰ ਉਹਨਾਂ ਨੇ ਚਿੱਠੀ ਲਿਖੀ, ਚਿੱਠੀਆਂ ਲਿਖਦੇ ਹੁੰਦੇ ਸੀਗੇ ਵੀ ਤੁਹਾਡੀ ਕਵਿਤਾ ਚੰਗੀ ਆ ਜਾਂ ਛਪਣਯੋਗ ਆ, ਨਹੀਂ ਛਪਣਯੋਗ। ਤੇ ਫਿਰ ਹੌਲੀ ਹੌਲੀ ਉਹਨਾਂ ਨਾਲ ਏਦਾਂ ਮਤਲਬ ਗੱਲਬਾਤ ਹੁੰਦੇ, ਉਹਨਾਂ ਨੂੰ ਮਿਲਣ ਦਾ ਸਬੱਬ ਵੀ ਬਣਿਆ। ਉਹਨਾਂ ਦਿਨਾਂ 'ਚ ਹੀ ਮੈਂ ਮੇਰਾ ਖਿਆਲ 1990-91 ਦੇ ਵਿੱਚ ਪਹਿਲਾਂ 87-88 ਦੇ ਵਿੱਚ ਉਹਨਾਂ ਨੂੰ 87-88 ਦੇ ਵਿੱਚ, ਹਾਂਜੀ 88 ਦੇ ਵਿੱਚ, ਜਦੋਂ ਮੈਂ ਫਿਰੋਜ਼ਪੁਰ ਹੁੰਦਾ ਸੀ ਉਹਨਾਂ ਦਿਨਾਂ 'ਚ, ਤਾਂ ਮੈਂ ਅੰਮ੍ਰਿਤਾ ਹੋਰਾਂ ਨੂੰ ਮਿਲਣ ਗਿਆ, ਦਿੱਲੀ ਮਿਲਣ ਗਿਆ ਉਹਨਾਂ ਨੂੰ। ਤਾਂ ਉਸ ਤੋਂ ਬਾਅਦ ਫਿਰ ਉਹਨਾਂ ਅੰਮ੍ਰਿਤਾ ਹੋਰਾਂ ਨੂੰ ਜਦ ਦਿੱਲੀ ਮਿਲਿਆ, ਤਾਂ ਜਿਵੇਂ ਹੁਣ ਤੁਸੀਂ ਹੁੰਦਾ ਕਿ ਇੱਕ ਦੂਜੇ ਨੂੰ ਤੁਸੀਂ, ਉਹਨਾਂ ਨੂੰ ਵੀ ਲੱਗਿਆ ਵੀ ਇਹ ਮਤਲਬ ਕੁਛ ਮੇਰੀ ਕਵਿਤਾ ਵਿਚਲੀ ਸਿੰਸੈਰਿਟੀ ਲਾ ਲਓ ਜਾਂ ਮੇਰੀ ਕਵਿਤਾ ਲਾ ਲਓ, ਤਾਂ ਉਹਨਾਂ ਨੂੰ ਮਤਲਬ ਜਿਵੇਂ ਤੁਸੀਂ ਇੱਕ ਸਾਂਝ ਹੀ ਤੁਹਾਡੇ ਨਾਲ ਬਣ ਜਾਂਦੀ ਹੈ ਨਾ ਬੰਦਿਆਂ ਦੀ। ਤਾਂ ਫਿਰ ਮੈਂ ਉਹਦੇ ਵਿੱਚ ਉਸ ਤੋਂ ਬਾਅਦ ਫਿਰ ਅੰਮ੍ਰਿਤਾ ਹੋਰਾਂ ਨਾਲ ਮੇਰਾ ਲਗਾਤਾਰ ਰਾਬਤਾ ਰਿਹਾ। ਮੈਂ ਕਈ ਵਾਰੀ ਮੈਨੂੰ ਇਹ ਮਾਣ ਹਾਸਲ ਹੈ ਕਿ ਮੈਂ ਜਿਹੜਾ ਹੌਜ ਖਾਸ ਦੇ ਵਿੱਚ K25 ਉਹਨਾਂ ਦਾ ਘਰ ਸੀ, ਉਸ ਘਰ ਦੇ ਵਿੱਚ ਮੈਂ ਕਈ ਰਾਤਾਂ ਮਤਲਬ ਜਿਹੜੀਆਂ ਗੁਜ਼ਾਰੀਆਂ। ਤਾਂ ਮੈਂ ਉਹਨਾਂ ਕੋਲ ਜਾਂਦਾ ਹੁੰਦਾ ਸੀ, ਤਾਂ ਉਹ ਬਹੁਤ ਉਹਨਾਂ ਦਾ ਜਿਹੜੀ ਉਹਨਾਂ ਦੀ ਬੜਾ ਆਦਰ ਮਾਣ, ਬਹੁਤ ਜਾਣੀ ਉਹਨਾਂ ਦਾ ਮੇਰੀ ਕਵਿਤਾ ਨੂੰ ਜਿਹੜਾ ਅੱਗੇ ਵਧਣ ਦੇ ਵਿੱਚ, ਜਾਂ ਮੇਰੀ ਕਵਿਤਾ ਨੂੰ ਉਤਸ਼ਾਹਿਤ ਕਰਨ ਦੇ ਵਿੱਚ, ਜਾਂ ਮੈਨੂੰ ਐਜ਼ ਅ ਪੋਇਟ ਜਾਣੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਹਮੇਸ਼ਾ ਉਹਨਾਂ ਨੂੰ ਯਾਦ ਕਰਦਾ ਇਸ ਗੱਲ ਲਈ, ਤੇ ਉਹਨਾਂ ਪ੍ਰਤੀ ਮੇਰੇ ਮਨ 'ਚ ਬਹੁਤ ਵੱਡਾ ਸਤਿਕਾਰ ਆ ਜੀ।
ਸੋ ਅਮਰਜੀਤ ਜੀ, ਫਿਰ ਮੈਂ ਤੁਹਾਨੂੰ ਹੁਣ ਇਹੀ ਗੁਜ਼ਾਰਿਸ਼ ਕਰੂੰਗਾ ਕਿ ਜਿਹੜੀ ਕਵਿਤਾ ਤੁਸੀਂ ਉਹਨਾਂ ਨੂੰ ਭੇਜੀ ਸੀ, ਪਹਿਲੀ ਕਵਿਤਾ, ਅੱਜ ਦੇ ਪ੍ਰੋਗਰਾਮ ਦੀ ਜਿਹੜੀ ਕਵਿਤਾ ਦਾ ਸਾਡਾ ਪ੍ਰੋਗਰਾਮ ਹੈ, ਪੋਇਟਿਕ ਪ੍ਰੋਗਰਾਮ ਹੈ, ਅੱਜ ਦੀ ਉਸ ਕਵਿਤਾ ਤੋਂ ਸ਼ੁਰੂ ਕਰਦੇ ਹਾਂ ਔਰ ਤੁਹਾਡੀ ਫਿਰ ਉਸ ਤੋਂ ਬਾਅਦ ਜਿਹੜੀਆਂ ਬਾਕੀ ਕਵਿਤਾਵਾਂ ਅਸੀਂ ਉਹਦੇ ਨਾਲ ਨਾਲ ਚੱਲਦੇ ਰਹਾਂਗੇ। ਹਾਂ, ਉਹ ਕਵਿਤਾ ਸੀ ਏਦਾਂ ਕਿ ਮੈਂ ਉਦਾਸ ਨਹੀਂ ਸੀ, ਜਿਹੜੀ ਜੀ ਉਹਨਾਂ ਦਿਨਾਂ 'ਚ, ਕਿਉਂਕਿ ਮਤਲਬ ਬੜੀ ਪੁਰਾਣੀ ਗੱਲ ਆ, ਤਾਂ ਉਸ ਵੇਲੇ ਇਸ ਤਰ੍ਹਾਂ ਦੀਆਂ ਕਵਿਤਾਵਾਂ ਜਿਹੜੀਆਂ ਨਵੀਂ ਕਿਸਮ ਦੇ, ਜਿਹੜੇ ਜੀ। ਨਵੇਂ ਉਮਰ ਦੇ ਮੁੰਡੇ ਸੀ, ਇਸ ਤਰ੍ਹਾਂ ਦੀ ਭਾਵੁਕ ਕਿਸਮ ਦੀਆਂ ਕਵਿਤਾਵਾਂ ਥੋੜ੍ਹੀਆਂ ਲਿਖਦੇ ਸੀ। ਸੋ ਉਹ ਸੀ ਆ ਕਿ ਜਾਓ ਮੈਂ ਫਿਰ ਅੱਜ ਉਦਾਸ ਆਪਣੇ ਨਹੀਂ ਦਰਸ਼ਕਾਂ ਦੇ ਰੂਬਰੂ, ਹਾਂਜੀ ਹਾਂਜੀ ਦਰਸ਼ਕਾਂ ਦੇ ਰੂਬਰੂ ਮੈਂ ਉਹੀ ਕਰੋ ਉਦਾਸ ਜੀ। ਨਹੀਂ ਸੀ, ਮੈਂ ਉਦਾਸ ਨਹੀਂ ਸੀ, ਮੇਰੀ ਮਾਂ ਦੀ ਕੁੱਖ ਉਦਾਸ ਸੀ। ਮੈਂ ਉਦਾਸ ਨਹੀਂ ਸੀ, ਮੇਰੀ ਮਾਂ ਦੀ ਕੁੱਖ ਉਦਾਸ ਸੀ। ਮੇਰੇ ਜਨਮ ਵੇਲੇ ਮੇਰੀਆਂ ਮਾਂ ਦੀਆਂ ਅੱਖਾਂ ਦੇ ਵਿੱਚ ਬੇਚੈਨੀ ਦੇ ਭਾਵ ਸਨ ਕਿ ਕਿਤੇ ਉਸ ਦੀ ਕੁੱਖ, ਉਸ ਦੀ ਨਸਲ ਦਾ ਦੁੱਖ ਨਾ ਉਪਜ ਦੇਵੇ। ਮੇਰੇ ਜਨਮ ਵੇਲੇ ਮੇਰੀ ਮਾਂ ਦੀਆਂ ਅੱਖਾਂ ਵਿੱਚ ਬੇਚੈਨੀ ਦੇ ਭਾਵ ਸਨ ਕਿ ਕਿਤੇ ਉਸ ਦੀ ਕੁੱਖ, ਉਸ ਦੀ ਨਸਲ ਦਾ ਦੁੱਖ ਨਾ ਉਪਜ ਦੇਵੇ। ਤੁਸੀਂ ਵੀ ਵਾਹ। ਅਜੀਬ ਹੋ, ਮੂੰਹ ਤੋਂ ਕਫਨ ਚੁੱਕ ਕੇ ਦਰਦ ਦੀ ਸੀਮਾ ਮਿੱਥਦੇ ਹੋ। ਤੁਸੀਂ ਵੀ ਅਜੀਬ ਹੋ ਕਿ ਮੂੰਹ ਤੋਂ ਕਫਨ ਚੁੱਕ ਕੇ ਦਰਦ ਦੀ ਸੀਮਾ ਮਿੱਥਦੇ ਹੋ। ਇਹ ਕਵਿਤਾ ਸੀ ਜਿਹੜੀ ਮੇਰੀ ਪਹਿਲੀ ਨਾਗਮਣੀ 'ਚ ਛਪੀ। ਬਹੁਤ ਖੂਬ ਜੀ, ਵਾਹ, ਵਾਕਈ ਬਹੁਤ ਵਧੀਆ ਕਵਿਤਾ ਸੀ। ਤਾਂ ਹੀ ਅਮ੍ਰਿਤਾ ਜੀ ਹੋਣਾ ਨੇ ਵੀ ਤੁਹਾਡੀ ਕਵਿਤਾ ਨੂੰ ਸਿਲੈਕਟ ਕਰਕੇ ਉਹ ਨਾਗਮਣੀ ਵਿੱਚ ਛਪੀ ਵੀ ਸੀ। ਥੈਂਕ ਯੂ ਜੀ। ਹੁਣ ਗੱਲ ਕਰਦੇ ਹਾਂ ਤੁਹਾਡੀ ਕਵਿਤਾਵਾਂ ਨਿਰਵਾਣ ਦੀ ਤਲਾਸ਼ ਵਿੱਚੋਂ। ਹਾਂਜੀ, ਸਾਨੂੰ ਕੋਈ ਆਪਣੀ ਕਵਿਤਾ ਉਸ ਵਿੱਚੋਂ ਵੀ ਜਰੂਰ ਸਾਡੇ ਨਾਲ ਸਾਂਝੀ ਕਰੋ। ਨਿਰਵਾਣ ਦੀ ਤਲਾਸ਼ ਵਿੱਚ ਜਿਹੜੀ ਤੁਹਾਡੀ ਪਹਿਲੀ ਕਿਤਾਬ ਛਪੀ ਸੀਗੀ, ਜੋ ਸਾਡੇ ਦਰਸ਼ਕ ਸਕਰੀਨ ਤੇ ਵੀ ਦੇਖ ਰਹੇ ਨੇ, ਮੈਂ ਚਾਹਾਂਗਾ ਹਾਂਜੀ। ਉਹਦੇ ਨਾਲ, ਉਹਦੇ ਵਿੱਚੋਂ ਵੀ ਆਪਣੀ ਇੱਕ ਕਵਿਤਾ ਸਾਡੇ ਦਰਸ਼ਕਾਂ ਨੇ ਜਰੂਰ ਸਾਂਝੀ। ਉਹ 'ਚ ਇੱਕ ਕਵਿਤਾ ਸੀ ਨਿਰਵਾਣ ਦੀ ਤਲਾਸ਼ ਵਿੱਚ, ਜਿਹੜੀ ਮੁੱਢਲੀਆਂ ਕਵਿਤਾਵਾਂ ਦੇ ਵਿੱਚ ਇੱਕ ਕਵਿਤਾ ਸੀ ਜਿਹੜੀ ਮੈਨੂੰ ਵੀ ਬਹੁਤ ਪਿਆਰੀ ਆ। ਮੇਰੇ ਦੋਸਤ ਆ ਜਿਹੜੇ ਪੁਰਾਣੇ, ਮੈਨੂੰ ਸਾਡੇ ਮਿੱਤਰ ਨੇ ਉਹਨਾਂ ਸਮਿਆਂ ਦੇ, ਤਾਂ ਉਹਨਾਂ ਨੂੰ ਵੀ ਬੜੀ ਚੰਗੀ ਲੱਗਦੀ ਆ। ਇਹ ਕਵਿਤਾ ਸੀਗੀ, ਜੀ। ਬਹੁਤ ਚਿਰ ਬੀਤ ਗਿਆ ਹੈ, ਬਹੁਤ ਚਿਰ ਬੀਤ ਗਿਆ ਹੈ, ਮਾਂ ਦੀ ਹਿੱਕ ਨਾ ਲੱਗਿਆ, ਜਦੋਂ ਮਾਂ ਮਾਸੂਮ ਜੀ ਤਲੀ ਫੜ ਕੇ ਤੋਤਲੀ ਜੀ ਉਂਗਲ ਨਾਲ ਖਿੱਚਦੀ ਸੀ ਘੇਰੇ ਤੇ ਲਾਡ ਨਾਲ ਬੋਲਦੀ ਸੀ, ਘੋਰ ਕੰਡੇ ਚੂਹੇ ਲੰਡੇ, ਦੁੱਧ ਕਟੋਰੀ ਸ਼ੱਕਰ ਭੋਰੀ, ਦਹੀਂ ਦੀ ਫੁੱਟੀ ਕਾਂ ਨੇ ਮਾਰੀ ਝੁੱਟੀ, ਕਾਂ ਦੀ ਲੱਤ ਟੁੱਟੀ, ਵੇ ਆਲਿਓ ਵੇ ਪਾਲਿਓ, ਕਿਸੇ ਨੇ ਸਾਡਾ ਅਮਰਜੀਤ ਜਾਂਦਾ ਵੇਖਿਆ ਹੋਵੇ। ਤੇ ਮਗਰੋਂ ਦੋ ਉਂਗਲਾਂ ਨੂੰ ਕਦਮਾਂ ਵਾਂਗ ਤੋਰਦੀ ਤੁਰ ਪੈਂਦੀ ਸੀ ਬਾਂਹ ਦੀ ਪਗਡੰਡੀ ਤੇ ਮਗਰੋਂ ਦੋ ਉਂਗਲਾਂ ਨੂੰ ਕਦਮਾਂ ਵਾਂਗ ਤੋਰਦੀ ਤੁਰ ਪੈਂਦੀ ਸੀ ਬਾਂਹ ਦੀ ਪਗਡੰਡੀ ਤੇ, ਆ ਪੈੜ ਜਾਂਦੀ, ਲੱਭ ਗਿਆ ਲੱਭ ਗਿਆ ਲੱਭ ਗਿਆ ਆਖਦੀ, ਮੋਢਿਆਂ ਤੱਕ ਪਹੁੰਚ ਕੇ ਵੱਖੀਆਂ 'ਚ ਕੱਢ ਦਿੰਦੀ ਸੀ ਕੁਤਕਤਾਰੀਆਂ। ਆ ਪੈੜ ਜਾਂਦੀ, ਲੱਭ ਗਿਆ ਲੱਭ ਗਿਆ ਲੱਭ ਗਿਆ ਆਖਦੇ, ਮੋਢਿਆਂ ਤੱਕ ਪਹੁੰਚ ਕੇ ਵੱਖੀਆਂ ਵਿੱਚ ਕੱਢ ਦਿੰਦੀ ਸੀ ਕੁਤਕਤਾਰੀਆਂ। ਹੱਸ ਪੈਂਦੇ ਸਨ ਤਾਰੇ, ਮੁਸਕਾ ਪੈਂਦਾ ਸੀ ਚੰਦਰਮਾ। ਬਹੁਤ ਚਿਰ ਬੀਤ ਗਿਆ ਹੈ, ਬਹੁਤ ਚਿਰ ਬੀਤ ਗਿਆ ਹੈ, ਉਹ ਬਚਪਨ, ਉਹ ਤੋਤਲੇ ਹਾਸੇ, ਵਕਤ ਦਾ ਦਰਿਆ ਸਭ ਕੁਝ ਬਹਾ ਕੇ ਲੈ ਗਿਆ। ਮੇਰੇ ਪੈਰਾਂ 'ਚ ਬਿਰਧ ਬਾਪ ਦੀ ਜੁੱਤੀ ਆਉਣ ਲੱਗ ਪਈ ਹੈ, ਹੱਥਾਂ ਤੇ ਡੂੰਘੀਆਂ ਹੋ ਗਈਆਂ ਨੇ ਬਦਨਸੀਬੀ ਦੀਆਂ ਰੇਖਾਵਾਂ, ਹੱਥਾਂ ਤੇ ਡੂੰਘੀਆਂ ਹੋ ਗਈਆਂ ਨੇ ਬਦਨਸੀਬੀ ਦੀਆਂ ਰੇਖਾਵਾਂ। ਮੋਢੇ ਤੇ ਬੇਰਿਸ਼ਤਗੀਆਂ ਦੀ ਕਾਲੀ ਭੂਰੀ ਹੈ, ਮੱਥੇ ਤੇ ਮੁਕਟ ਵਾਂਗੂ ਸਜੀ ਹੈ ਜ਼ਿੰਮੇਵਾਰੀਆਂ ਦੀ ਪੱਗ। ਮੁਹੱਬਤ ਦੀਆਂ ਫੁੱਟੀਆਂ ਤੇ ਝਪਟ ਪਈਆਂ ਨੇ ਗਲਤ ਫਹਿਮੀਆਂ ਦੀਆਂ ਗਿਰਜਾਂ, ਜ਼ਹਿਨ 'ਚ ਗੁਜ਼ਰਦੇ ਵਕਤ ਦੀ ਭਿਆਨਕ ਥਰਥਰਾਹਟ ਹੈ। ਪਰ ਸਿਰ ਤੇ ਤਾਰਿਆਂ ਦਾ ਹਜੂਮ ਉਹੀ ਹੈ ਚੰਦ ਦੀ ਖੂਬਸੂਰਤ ਟਿੱਕੀ। ਪਰ ਸਿਰ ਤੇ ਤਾਰਿਆਂ ਦਾ ਹਜੂਮ ਉਹੀ ਹੈ ਚੰਦ ਦੀ ਖੂਬਸੂਰਤ ਟਿੱਕੀ। ਪਤਾ ਨਹੀਂ ਪਰ ਕਿਸ ਮੋੜ ਤੇ ਰਹਿ ਗਏ ਨੇ ਉਹ ਮਾਸੂਮ ਜਿਹੇ ਹਾਸੇ, ਮਾਂ ਦੀਆਂ ਉਹ ਤੋਤਲੀਆਂ ਜੀਆਂ ਬਾਤਾਂ। ਪਤਾ ਨਹੀਂ ਪਰ ਕਿਸ ਮੋੜ ਤੇ ਰਹਿ ਗਏ ਨੇ ਉਹ ਮਾਸੂਮ ਜਿਹੇ ਹਾਸੇ, ਮਾਂ ਦੀਆਂ ਤੋਤਲੀਆਂ ਜੀਆਂ ਬਾਤਾਂ। ਝੁਰੜੀਆਂ ਮੂੰਹ ਤੇ ਓੜ ਕੇ ਹੁਣ ਉਹ ਸਿਰਫ ਮੈਨੂੰ ਰਾਤ ਨੂੰ ਘਰ ਜਲਦੀ ਮੁੜਨ ਲਈ ਆਖਦੀ ਹੈ। ਮੇਰੀ ਬਾਂਹ ਤੇ ਕਿਸੇ ਪਾਉਣ ਦੀ ਕਿਲਕਾਰੀ ਨਹੀਂ ਹੈ, ਵਕਤ ਦੀ ਰੇਤ ਪਲੋ ਪਲ ਮੈਨੂੰ ਢੱਕ ਰਹੀ ਹੈ। ਕਿਆ ਬਾਤ। ਹੁਣ ਖਾਮੋਸ਼ ਰਾਤ ਨੂੰ ਜਦੋਂ ਚੇਤਿਆਂ ਦੇ ਜੰਗਲ ਵਿੱਚ ਚੇਤਨਾ ਦੀ ਪਗਡੰਡੀ ਤੋਂ ਭਟਕ ਜਾਵਾਂ, ਹੁਣ ਖਾਮੋਸ਼ ਰਾਤ ਨੂੰ ਜਦੋਂ ਚੇਤਿਆਂ ਦੇ ਜੰਗਲ ਵਿੱਚ ਚੇਤਨਾ ਦੀ ਪਗਡੰਡੀ ਤੋਂ ਭਟਕ ਜਾਵਾਂ, ਕਿਸੇ ਸੰਘਣੇ ਜਿਹੇ ਖੌਫ ਦਾ ਹਨੇਰਾ ਮੈਨੂੰ ਢੱਕ ਲਵੇ। ਮੈਂ ਸੋਚਦਾ ਹਾਂ ਕਿ ਫੇਰ ਮਗਰ ਤੁਰ ਆਵੇ ਮੇਰੇ ਕੋਈ ਦੂਰ ਤੱਕ, ਮੇਰੀ ਤਲੀ ਫੜ ਕੇ ਫੇਰ ਕਰੇ ਕੋਈ ਤੋਤਲੀ ਜਿਹੀ ਸ਼ਰਾਰਤ, ਫਿਰ ਕਹੇ ਘੋਰ ਕੰਡੇ ਚੂਹੇ ਲੰਡੇ, ਦੁੱਧ ਕਟੋਰੀ ਸ਼ੱਕਰ ਭੋਰੀ, ਦਹੀਂ ਦੀ ਫੁੱਟੀ ਕਾਂ ਨੇ ਮਾਰੀ ਝੁੱਟੀ, ਕਾਂ ਦੀ ਲੱਤ ਟੁੱਟੀ, ਵੇ ਆਲਿਓ ਵੇ ਪਾਲਿਓ,
ਕਿਸੇ ਨੇ ਸਾਡਾ ਅਮਰਜੀਤ ਜਾਂਦਾ ਦੇਖਿਆ ਹੋਵੇ। ਵਾਹ। ਆ ਪੈੜ ਜਾਂਦੀ ਲੱਭ ਗਿਆ ਲੱਭ ਗਿਆ ਲੱਭ ਗਿਆ ਆਖਦੇ, ਵੱਖੀਆਂ ਵਿੱਚ ਛੇੜ ਹੂੰ ਦੇਵੇ ਉਹੀ ਤੋਤਲਾ ਜਿਹਾ ਤਰੰਨਮ, ਤੇ ਲੱਭ ਲਿਆਵੇ ਦੇਰ ਤੋਂ ਜਲਾਵਤਨ ਮੇਰੀ ਰੂਹ ਨੂੰ। ਹੂੰ ਤੇ ਲੱਭ ਗਿਆ ਲੱਭ ਗਿਆ ਲੱਭ ਗਿਆ ਆਖਦੇ, ਵੱਖੀਆਂ 'ਚ ਛੇੜ ਦੇਵੇ ਉਹੀ ਤੋਤਲਾ ਜਿਹਾ ਤਰੰਨਮ, ਤੇ ਲੱਭ ਲਿਆਵੇ ਦੇਰ ਤੋਂ ਜਲਾਵਤਨ ਮੇਰੀ ਰੂਹ ਨੂੰ। ਹਿੰਡ ਜਾਏ ਅਸਮਾਨ ਵਿੱਚ ਫਿਰ ਅਥਰਾ ਜਿਹਾ ਹਾਸਾ, ਹੱਸ ਪਵੇ ਫਿਰ ਤਾਰਿਆਂ ਦਾ ਹਜੂਮ, ਮੁਸਕਾ ਪਵੇ ਫਿਰ ਚੰਨ ਦੀ ਟਿੱਕੀ, ਤੇ ਮੈਂ ਬਚਪਨ ਵਿੱਚ ਹੂੰ ਡੂੰਘਾ ਉਤਰ ਕੇ ਆਖਾਂ ਬੀਬੀ ਇੱਕ ਵਾਰ ਫੇਰ। ਤੇ ਮੈਂ ਬਚਪਨ ਵਿੱਚ ਡੂੰਘਾ ਉਤਰ ਕੇ ਆਖਾਂ ਕਿ ਬੀਬੀ ਇੱਕ ਵਾਰ ਬੀਬੀ ਫੇਰ। ਕਿਆ ਬਾਤ ਹੈ ਜੀ, ਵਾਹ ਜੀ ਵਾਹ। ਵਾਕਈ ਪੂਰਾ ਬਚਪਨ ਤੁਸੀਂ ਦਰਸਾਤਾ ਇਸ ਆਪਣੀ ਕਵਿਤਾ ਵਿੱਚ। ਕਿਸ ਤਰ੍ਹਾਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਆਪਾਂ ਮਾਂ ਕਦੋਂ ਉਹਦੇ ਉਂਗਲੀ ਫੜ ਕੇ ਤੋੜਦੀ ਸੀ ਤੇ ਆਲੀਓ ਪਾਲੀਓ ਕਰਕੇ ਆਪਾਂ ਗੱਲ ਕਰਦੇ ਹੁੰਦੇ ਸੀ, ਪਹਿਲਾਂ ਕਹਾਵਤ ਚੱਲਦੀ ਹੁੰਦੀ ਸੀ, ਉਸ ਕਹਾਵਤ ਨੂੰ ਵੀ ਤੁਸੀਂ ਆਪਣੀ ਇਸ ਕਵਿਤਾ ਵਿੱਚ ਪਰੋ ਕੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਕਿ ਤੁਸੀਂ ਇਸ ਬਚਪਨ ਨੂੰ ਦਰਸਾਇਆ ਹੈ। ਵਾਕਈ ਬਾ ਕਮਾਲ ਹੈ ਜੀ। ਇਹ ਤੇ ਹੁਣ 1987 ਗੱਲ ਚ ਕਰਦੇ ਲਿਖੀ ਹਾਂ ਹੋਈ ਜੀ। ਕਵਿਤਾ। ਹਾਂਜੀ, ਹਾਂਜੀ 1987 ਵਿੱਚ ਲਿਖੀ ਹੋਈ ਕਵਿਤਾ, ਮਤਲਬ ਇਹ ਕਿਤਾਬ ਜਿਹੜੀ ਛਪੀ ਸੀ ਵਾਹ ਜੀ ਵਾਹ, 1987 ਵਿੱਚ। ਵਾਕਈ ਹਾਂਜੀ। ਬਹੁਤ ਹੀ ਖੂਬਸੂਰਤ ਤੁਸੀਂ ਲਿਖਿਆ ਸੀਗਾ। ਹੁਣ ਗੱਲ ਕਰਦੇ ਹਾਂ ਤੁਹਾਡੀ ਅਗਲੀ ਜਿਹੜੀ ਕਿਤਾਬ ਆਈ ਸੀ, ਦਵੰਦ ਕਥਾ। ਕਿਉਂਕਿ ਤੁਸੀਂ ਵੱਖਰੇ ਹਾਂਜੀ। ਵੱਖਰੇ ਟੌਪਿਕਾਂ ਨੂੰ ਲੈ ਕੇ ਲਿਖਦੇ ਹੋ। ਨਿਰਵਾਣ ਹੂੰ। ਦੀ ਤਲਾਸ਼ ਵਿੱਚ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ, ਇਸ ਆਪਣੇ ਆਪ ਨੂੰ ਲੱਭਣ ਦਾ ਜਾਂ ਆਪਣੀ ਤਲਾਸ਼ ਵਾਸਤੇ, ਦਵੰਦ ਕਥਾ ਵਿੱਚ ਤੁਸੀਂ ਕੀ ਲਿਖਿਆ ਸੀ? ਦਵੰਦ ਕਥਾ ਚ ਜਿਹੜਾ ਸੀ ਨਾ, ਮਤਲਬ ਮੈਂ ਜਿਵੇਂ ਆਪਣੀਆਂ ਕਿਤਾਬਾਂ ਜਿਵੇਂ ਸਮਝਦਾ ਕਿ ਮੈਂ ਹਰ ਕਿਤਾਬ ਜਿਹੜੀ ਆਪਣੇ ਆਪ ਦੇ, ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਕਵੀ ਆ ਉਹਨੂੰ ਆਪਣੇ ਆਪ ਨੂੰ ਕਦੇ ਰਿਪੀਟ ਨਹੀਂ ਕਰਨਾ ਚਾਹੀਦਾ। ਮਤਲਬ ਜਿਹੜੀ ਕਵਿਤਾ ਉਹਦੀ, ਜੀ ਤਾਂ ਮੈਂ ਇਸ ਤਰ੍ਹਾਂ ਦੀ ਕੋਸ਼ਿਸ਼ ਵੀ ਇੱਕ ਥੋੜੀ ਕਰਦਾ ਰਿਹਾ, ਸਟੇਜ ਤੌਰ ਤੇ ਵੀ ਮੈਂ ਸੋਚਦਾ ਰਿਹਾ ਗੱਲ ਕਿ ਜਿਹੜੀ ਤੁਸੀਂ ਜੀ ਜਿਹੜੀਆਂ ਮੇਰੀਆਂ ਨਿਰਵਾਣ ਦੀ ਤਲਾਸ਼ ਵਿੱਚ ਕਵਿਤਾਵਾਂ ਸੀ, ਉਹ ਇੱਕ ਉਸ ਵੇਲੇ ਦਾ ਜਿਹੜੀ ਇੱਕ ਨੌਜਵਾਨ ਜਿਹੜਾ ਬੇਰੁਜ਼ਗਾਰੀ ਦੀ ਦੌਰ ਚੋਂ ਲੰਘ ਰਿਹਾ, ਜਿਹੜਾ ਆਲੇ ਦੁਆਲੇ ਦੇ ਰਿਸ਼ਤਿਆਂ ਤੋਂ ਬੇਚੈਨ ਆ, ਜਿਹੜਾ ਮਤਲਬ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਉਦੋਂ, ਕਿਉਂਕਿ 87 ਦੀ ਇਹ ਗੱਲ ਹੈਗੀ, ਤਾਂ ਉਦੋਂ ਪੰਜਾਬ ਦਾ ਮਾਹੌਲ ਵੀ ਜਿਹੜਾ ਕੁਛ ਇਸ ਤਰ੍ਹਾਂ ਦਾ ਸੀਗਾ। ਤਾਂ ਸਾਰੇ ਕਾਸੇ ਦੇ ਜੀ ਵਿੱਚੋਂ ਜਿਹੜੀ ਪੈਦਾ ਹੋਈ ਉਪਰਾਮਤਾ, ਬੇਗਾਨਗੀ ਜਿਹੜੀ ਸੀ, ਉਹ ਨਿਰਵਾਣ ਦੀ ਤਲਾਸ਼ ਵਿੱਚ ਆਉਂਦੀ ਸੀ। ਤੇ ਜਦੋਂ ਮੈਂ ਦਵੰਦ ਕਥਾ 1990 ਦੇ ਵਿੱਚ, ਮੇਰੀ ਦੂਸਰੀ ਕਿਤਾਬ ਜਿਹੜੀ ਦਵੰਦ ਕਥਾ ਆਈ 1990 ਚ ਆਈ, ਤਾਂ ਉਸ ਵੇਲੇ ਜੀ ਉਸ ਵੇਲੇ ਦਾ ਸਮਕਾਲੀ ਜਿਹੜਾ ਮਾਹੌਲ ਸੀਗਾ, ਉਹ ਜਿਹੜਾ ਮਾਹੌਲ ਸੀ ਉਹ ਸਾਰਾ ਬੜਾ ਦਹਿਸ਼ਤ ਭਰਿਆ ਸੀਗਾ, ਬੜਾ ਮਤਲਬ ਅੱਤਵਾਦ ਦਾ, ਟੈਰਰਿਜ਼ਮ ਦਾ ਦੌਰ ਸੀ ਉਹ ਜਿਹੜਾ ਸੀ, ਹਨਾ। ਜੀ ਤਾਂ ਉਸ ਵੇਲੇ ਮੈਂ ਜਿਹੜੀ ਉਹਦੇ ਵਿੱਚੋਂ ਜੇ ਤੁਸੀਂ ਕਹੋ ਤਾਂ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਦਾ ਮੈਂ। ਇਰਸ਼ਾਦ ਜੀ। ਇੱਕ ਕਵਿਤਾ ਦਵੰਦ ਕਥਾ ਦੇ ਵਿੱਚ ਸੀਗੀ ਮੇਰੀ, ਜਿਹੜੀ ਬੜੀ ਉਹਨਾਂ ਦਿਨਾਂ ਚ ਮਤਲਬ ਬਹੁਤ ਵਧੀਆ ਪਸੰਦ ਕੀਤੀ ਵੀ ਗਈ ਤੇ ਉਹਨਾਂ ਦਿਨਾਂ ਚ ਪੜ੍ਹੀ ਵੀ ਗਈ। ਇਹ ਕਵਿਤਾ ਸੀ ਜੀ ਗਵਾਚਾ ਲੌਂਗ। ਕੁੜੀਏ ਗੱਲ ਤੇਰੇ ਲੌਂਗ ਦੇ ਗਵਾਚਣ ਤੱਕ ਮਹਿਦੂਦ ਨਹੀਂ ਰਹੀ। ਕੁੜੀਏ ਗੱਲ ਤੇਰੇ ਲੌਂਗ ਦੇ ਗਵਾਚਣ ਤੱਕ ਮਹਿਦੂਦ ਨੇ। ਮੈਂ ਤੁਹਾਨੂੰ ਪਹਿਲਾਂ ਦੱਸਦਾ, ਆਪਣੇ ਜਿਹੜੇ ਸਾਡੇ ਦਰਸ਼ਕ ਜਾਂ ਪਾਠਕ ਸਰੋਤੇ ਨੇ ਸਾਡੇ ਸੁਣ ਰਹੇ, ਕਿ ਇੱਕ ਗਾਣਾ ਹੁੰਦਾ ਸੀ ਕਿ ਪਿੱਛੇ ਪਿੱਛੇ ਆਉਂਦਾ ਮੇਰੀ ਭੈਣ ਵੇਂਦਾ ਆਈ, ਚੀਰੇ ਵਾਲਿਆ ਵੇਖਦਾ ਆਈ ਵੇ, ਮੇਰਾ ਲੌਂਗ ਗਵਾਚਾ ਨਿਗਾਹ ਮਾਰਦਾ ਆਈ ਵੇ। ਉਸ ਨੂੰ ਅੱਗੇ ਜਾ ਕੇ ਉਸ ਤੋਂ ਇੱਕ ਕਵਿਤਾ ਜਿਹੜੀ ਉਹਦੀ ਉਹ ਗੀਤ ਦੀ ਪ੍ਰੇਰਨਾ ਸੀ। ਤਾਂ ਕੁੜੀਏ ਗੱਲ ਤੇਰੇ ਲੌਂਗ ਦੇ ਗਵਾਚਣ ਤੱਕ ਮਹਿਦੂਦ ਨਹੀਂ ਰਹੀ। ਗਵਾਚ ਤਾਂ ਹੋਰ ਵੀ ਬਹੁਤ ਕੁਛ ਗਿਆ ਹੈ, ਜਿਸ ਦਾ ਨਾ ਤਾਂ ਤੈਨੂੰ ਇਲਮ ਹੈ ਤੇ ਨਾ ਉਹ ਤੇਰੇ ਚੀਰੇ ਵਾਲੇ ਦੀ ਕਦੇ ਨਜ਼ਰ ਪੈਣਾ ਹੈ। ਕੁੜੀਏ ਗੱਲ ਤੇਰੇ ਲੌਂਗ ਦੇ ਗਵਾਚਣ ਤੱਕ ਮਹਿਦੂਦ ਨਹੀਂ ਰਹੀ। ਗਵਾਚ ਤਾਂ ਹੋਰ ਵੀ ਬਹੁਤ ਕੁਛ ਗਿਆ ਹੈ, ਜਿਸ ਦਾ ਨਾ ਤਾਂ ਤੈਨੂੰ ਇਲਮ ਹੈ ਤੇ ਨਾ ਉਹ ਕਦੇ ਤੇਰੇ ਚੀਰੇ ਵਾਲੇ ਦੀ ਨਜ਼ਰ ਪੈਣਾ ਹੈ। ਬਹੁਤ ਦੂਰ ਛੱਡ ਆਏ ਹਾਂ ਅਸੀਂ ਉਹ ਅਲਮਸਤ ਜਿਹੇ ਦਿਨ, ਜਦੋਂ ਮਹਿਬੂਬ ਕੁੜੀ ਦਾ ਗਵਾਚਾ ਲੌਂਗ ਲੱਭਣ ਲਈ ਦਿਲ ਕਰਦਾ ਸੀ ਹੰਗਾਲ ਦਈਏ ਧਰਤੀ ਤੇ ਅੰਬਰ, ਛਾਣ ਮਾਰੀਏ ਸਹਿਰਾ ਤੇ ਸਮੁੰਦਰ। ਬਹੁਤ ਦੂਰ ਛੱਡ ਆਏ ਹਾਂ ਅਸੀਂ ਉਹ ਅਲਮਸਤ ਜਿਹੇ ਦਿਨ, ਜਦੋਂ ਮਹਿਬੂਬ ਕੁੜੀ ਦਾ ਗਵਾਚਾ ਲੌਂਗ ਲੱਭਣ ਲਈ ਦਿਲ ਕਰਦਾ ਸੀ ਕਿ ਹੰਗਾਲ ਦਈਏ ਧਰਤੀ ਤੇ ਅੰਬਰ, ਛਾਣ ਮਾਰੀਏ ਸਹਿਰਾ ਤੇ ਸਮੁੰਦਰ। ਗਵਾ ਦੀ ਉਮਰ ਤੱਕ ਦੇ ਉਹਦੀ ਤੋਰ ਦਾ ਜਾਦੂ, ਪਰ ਦਿਨ ਹੁਣ ਉਹ ਨਹੀਂ ਰਹੇ। ਨਾ ਹੀ ਗੱਲ ਤੇਰੇ ਲੌਂਗ ਦੇ ਗਵਾਚਣ ਤੱਕ ਸੀਮਤ। ਤੂੰ ਕਦੇ ਵੀ ਨਾ ਗਾ ਸਕਦੀ ਜੇ ਤੂੰ ਸਵੇਰ ਦੀ ਅਖਬਾਰ ਤੱਕੀ ਹੁੰਦੀ। ਤੂੰ ਕਦੇ ਵੀ ਨਾ ਗਾ ਸਕਦੀ ਜੇ ਤੂੰ ਸਵੇਰ ਦੀ ਅਖਬਾਰ ਤੱਕੀ ਹੁੰਦੀ। ਲਹੂ ਲੁਹਾਨ ਲਾਸ਼ਾਂ ਦੀ ਨੁਮਾਇਸ਼ ਦੇਖ ਕੇ ਤੇਰੇ ਵੀ ਸੰਗ ਵਿੱਚ ਉੱਗ ਪੈਂਦੇ ਛਾਲੇ, ਜਦੋਂ ਤੱਕਦੀ ਕਿ ਕਿਵੇਂ ਵਿਰਲਾਪ ਕਰਦੇ ਨੇ ਮਾਂ, ਪਤਨੀ, ਭੈਣਾਂ, ਬੱਚੇ,
ਨਿਰਦੋਸ਼ੀ ਲਾਸ਼ ਦੇ ਦੁਆਲੇ ਫੇਰ ਤੈਨੂੰ ਤੇਰਾ ਲੌਂਗ ਯਾਦ ਨਹੀਂ ਸੀ ਰਹਿਣਾ। ਵਾਹ। ਫੇਰ ਤੈਨੂੰ ਤੇਰਾ ਲੌਂਗ ਯਾਦ ਨਹੀਂ ਸੀ ਰਹਿਣਾ ਜਦੋਂ ਤੈਨੂੰ ਸਮਝ ਆਉਂਦੀ ਕਿ ਗੋਲੀ ਦੀ ਨਾ ਤਾਂ ਕੋਈ ਕਿਸਮ ਹੁੰਦੀ ਹੈ, ਨਾ ਕੋਈ ਧਰਮ ਹੁੰਦਾ ਹੈ। ਇਹ ਤਾਂ ਜਿੱਥੇ ਵੀ ਵਰਦੀ ਹੈ, ਮਟਿਆਰਾਂ ਦੇ ਨੱਕ 'ਚ ਪਏ ਲੌਂਗਾਂ ਨੂੰ ਛਲਣੀ ਕਰਦੀ ਹੈ, ਜਿਨ੍ਹਾਂ ਨੂੰ ਤਲਾਸ਼ਣ ਲਈ ਫਿਰ ਕੋਈ ਚੀਰੇ ਵਾਲਾ ਨਹੀਂ ਬਚਦਾ। ਵਾਹ ਜੀ ਵਾਹ। ਫਿਰ ਤੈਨੂੰ ਪਤਾ ਲੱਗਦਾ ਕਿ ਗਵਾਚ ਤਾਂ ਹੋਰ ਵੀ ਬਹੁਤ ਕੁਛ ਗਿਆ ਹੈ। ਫਿਰ ਤੈਨੂੰ ਪਤਾ ਲੱਗਦਾ ਕਿ ਗਵਾਚ ਤਾਂ ਹੋਰ ਵੀ ਬਹੁਤ ਕੁਛ ਗਿਆ ਹੈ। ਬੱਚਿਆਂ ਤੋਂ ਕਿਲਕਾਰੀ, ਕੁੜੀਆਂ ਤੋਂ ਫੁਲਕਾਰੀ, ਮੁਟਿਆਰਾਂ ਦਾ ਦੰਦਾਸਾ, ਗੱਭਰੂਆਂ ਦਾ ਹਾਸਾ। ਤੂੰ ਖੁਦ ਦੇਖਦੀ ਕਿ ਕਿਵੇਂ ਹੁੰਦੀ ਹੈ ਚਿੜੀਆਂ ਦੀ ਮੌਤ ਤੇ ਮੱਚਦਾ ਹੈ ਗਵਾਰਾਂ ਦਾ ਹਾਸਾ। ਭੰਗੜੇ ਦੇ ਪੈਰ ਜ਼ਖਮੀ, ਗਿੱਧੇ ਦੀ ਤਾਲ ਟੁੱਟਵੀਂ। ਭੰਗੜੇ ਦੇ ਪੈਰ ਜ਼ਖਮੀ, ਗਿੱਧੇ ਦੀ ਤਾਲ ਟੁੱਟਵੀਂ। ਕਿ ਸੱਥ ਵਿੱਚ ਵੱਢਿਆ ਪਿਆ ਮਿਰਜ਼ਾ ਹੁਣ ਸਾਹਿਬਾਂ ਦੇ ਭਰਾਵਾਂ ਨੇ ਨਹੀਂ, ਸਗੋਂ ਹੋਏ ਕਥਤ ਮੁਕਾਬਲੇ ਵਿੱਚ ਮਾਰਿਆ ਗਿਆ। ਸੋ ਕੁੜੀਏ ਸਮਾਂ ਗਵਾਚਾ ਲੌਂਗ ਲੱਭਣ ਦਾ ਨਹੀਂ। ਸੋ ਕੁੜੀਏ ਸਮਾਂ ਗਵਾਚਾ ਲੌਂਗ ਲੱਭਣ ਦਾ ਨਹੀਂ, ਆਪਣੇ ਚੀਰੇ ਵਾਲੇ ਨੂੰ ਉਲਝਾ ਕੇ ਨਾ ਰੱਖ ਨੱਕ ਦੇ ਲੌਂਗ ਵਿੱਚ। ਸੋ ਕੁੜੀਏ ਸਮਾਂ ਗਵਾਚਾ ਲੌਂਗ ਲੱਭਣ ਦਾ ਨਹੀਂ, ਆਪਣੇ ਚੀਰੇ ਵਾਲੇ ਨੂੰ ਉਲਝਾ ਕੇ ਨਾ ਰੱਖ ਨੱਕ ਦੇ ਲੌਂਗ ਵਿੱਚ। ਪਛਾਣਨ ਦੇ ਉਸ ਨੂੰ ਸਮੇਂ ਦੀ ਤੋਰ, ਲੱਭਣ ਦੇ ਉਸ ਨੂੰ ਜ਼ਿੰਦਗੀ ਦੇ ਅਰਥ, ਮੁਕਤ ਕਰ ਦੇ ਉਸ ਨੂੰ ਤੇ ਜਾ ਕੇ ਭਿੜਨ ਦੇ ਵਕਤ ਦੀ ਕਾਲੀ ਦੀਵਾਰ ਦੇ ਨਾਲ। ਮੁਕਤ ਕਰ ਦੇ ਉਸ ਨੂੰ ਤੇ ਜਾ ਕੇ ਭਿੜਨ ਦੇ ਵਕਤ ਦੀ ਕਾਲੀ ਦੀਵਾਰ ਦੇ ਨਾਲ, ਤਾਂ ਕਿ ਉਸ ਦੀ ਜ਼ਿੰਦਗੀ ਦਾ ਇਤਿਹਾਸ ਕਿਤੇ ਇੰਨਾ ਕੁ ਹੀ ਨਾ ਰਹਿ ਜਾਵੇ ਕਿ ਉਸ ਨੇ ਮਹਿਬੂਬ ਕੁੜੀ ਦਾ ਗਵਾਚਾ ਲੌਂਗ ਲੱਭਦਿਆਂ ਸਾਰੀ ਉਮਰ ਗਵਾ ਦਿੱਤੀ, ਸਾਰੀ ਉਮਰ ਗਵਾ ਦਿੱਤੀ। ਸਾਰੀ ਉਮਰ ਗਵਾ ਦਿੱਤੀ। ਵਾਹ ਜੀ ਵਾਹ, ਬਹੁਤ ਬਹੁਤ ਖੂਬ ਜੀ। ਵਾਕਈ ਉਸ ਵੇਲੇ ਹਾਲਾਤ ਇੰਨੇ ਬੁਰੇ ਸੀ ਪੰਜਾਬ ਵਿੱਚ, ਔਰ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ, ਵਾਕਈ ਜੇ ਕੋਈ ਉਸ ਵੇਲੇ ਦੇ ਅਖਬਾਰਾਂ ਨੂੰ ਪੜ੍ਹਦਾ ਜਾਂ ਚੱਕ ਕੇ ਪੜ੍ਹਦਾ ਤਾਂ ਵਾਕਈ ਉਹਨਾਂ ਦੇ ਸੰਗਾਂ ਛਾਲੇ ਪੈ ਜਾਂਦੇ ਸੀ, ਉਹ ਬੋਲ ਨਹੀਂ ਸਕਦੇ ਸੀਗੇ। ਹਾਲਾਤ ਇੰਨੇ ਮਾੜੇ ਹੋ ਚੁੱਕੇ ਸੀ। ਅਮਰਜੀਤ ਜੀ, ਤੁਹਾਡੇ ਨਾਲ ਗੱਲ ਆਪਾਂ ਕਰਦੇ ਰਹਿਣਾ ਮੈਂ, ਲੇਕਿਨ ਆਪਣੇ ਪਿਆਰੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜਿਹੜੀ ਸਾਡੀ ਕਾਲ ਲਾਈਨਸ ਖੁੱਲ ਚੁੱਕੀਆਂ ਨੇ। ਸੋ ਤੁਸੀਂ ਵੀ ਜੇ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਦੀ ਤਰ੍ਹਾਂ ਜੀ ਆਇਆਂ ਨੂੰ, ਔਰ ਅਸੀਂ ਤੁਹਾਡਾ ਇੰਤਜ਼ਾਰ ਵੀ ਕਰ ਰਹੇ ਹਾਂ। ਸੋ ਆਪਣੇ ਫੋਨ ਚੱਕੋ ਔਰ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਵੀ ਕਰੋ। ਅਮਰਜੀਤ ਜੀ, ਹੁਣ ਫਿਰ ਦੁਬਾਰਾ ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਦਵੰਦ ਕਥਾ ਵਿੱਚ ਤੁਸੀਂ ਅਲੱਗ ਟੌਪਿਕ ਲਿਖੇ ਸੀਗੇ। ਹੁਣ ਜ਼ਿਕਰ ਕੀਤਾ ਤੁਸੀਂ ਉਸ ਗੀਤ ਨੂੰ ਲੈ ਕੇ, ਜੋ ਗੀਤ ਜਿਹੜਾ ਤੁਸੀਂ ਦੱਸਿਆ ਵੀ ਨੀ ਤੇਰਾ ਲੌਂਗ ਗਵਾਚਾ, ਨਿਗਾਹ ਮਾਰਦਾ ਆਈ ਵੇ ਤੇਰਾ ਲੌਂਗ ਗਵਾਚਾ, ਉਸ ਨੂੰ ਲੈ ਕੇ ਤੁਸੀਂ ਗੀਤ ਨੂੰ ਪੂਰਾ ਕੀਤਾ, ਲੇਕਿਨ ਉਸ ਗੀਤ ਦਾ ਤੁਸੀਂ ਜਵਾਬ ਦਿੱਤਾ। ਪਰ ਮੈਂ ਹੁਣ ਇਹ ਚਾਹਾਂਗਾ ਕਿ ਜਿਸ ਤਰ੍ਹਾਂ ਤੁਸੀਂ ਆਪਣੀ ਦਵੰਦ ਕਥਾ ਵਿੱਚ ਉਹਦਾ ਜ਼ਿਕਰ ਕੀਤਾ ਸੀਗਾ, ਜੋ ਉੱਥੇ ਦੇ ਹਾਲਾਤ ਸੀ, ਹੋਰ ਉਹਨਾਂ ਹਾਲਾਤਾਂ ਬਾਰੇ ਵੀ ਕੁਝ ਹੋਰ ਲਿਖਿਆ ਸੀ, ਜਾਂ ਉਹਨਾਂ ਨੂੰ ਸਿਰਫ ਤੁਸੀਂ ਉਸ ਦਾਇਰੇ 'ਚ ਸਮੇਟ ਕੇ ਰੱਖਿਆ ਵੀ ਹਾਂ ਅਸੀਂ ਇਸ ਚੀਜ਼ ਨੂੰ ਇਸ ਤਰ੍ਹਾਂ ਰੱਖਣਾ ਹੈ, ਔਰ ਇਸ ਤੋਂ ਅੱਗੇ ਕੁਝ ਹੋਰ ਲਿਖਿਆ ਹੋਵੇ ਤਾਂ? ਹਾਂਜੀ, ਮੈਂ ਉਸ ਤੋਂ ਫਿਰ ਮੈਂ ਉਸ ਤੋਂ ਬਾਅਦ ਜਿਹੜੀਆਂ ਕਵਿਤਾਵਾਂ ਜੀ ਲਿਖੀਆਂ, ਉਸ ਤੋਂ ਬਾਅਦ 1993 ਚ ਮੇਰੀ ਕਿਤਾਬ ਹੈ ਯਕੀਨ, ਜਦੋਂ ਮਾਹੌਲ ਥੋੜਾ ਠੀਕ ਹੋ ਜਾਂਦਾ ਸਾਰਾ, ਹਨਾ, ਮਤਲਬ ਤਾਂ ਉਸ ਵੇਲੇ ਜਿਹੜੀ ਫਿਰ ਯਕੀਨ ਦੇ ਵਿੱਚੋਂ ਮੈਂ ਤੁਹਾਨੂੰ ਇੱਕ ਆਪਣੀ ਕਵਿਤਾ ਸੁਣਾਉਣਾ। ਫਿਰ ਮੈਂ ਛੋਟੀਆਂ ਜਿਹੀਆਂ ਮਤਲਬ ਨਿੱਕੇ ਨਿੱਕੇ ਅਹਿਸਾਸਾਂ ਦੀਆਂ ਇੱਕ ਨਵੀਂ ਜਣੀ ਕਿਸਮ ਦੀ, ਜਿਵੇਂ ਸਾਰਾ ਪੰਜਾਬ ਦਾ ਜਿੱਦਾਂ ਦਾ ਮਾਹੌਲ ਸੀ, ਸਾਰੀ ਜਿਸ ਤਰ੍ਹਾਂ ਦੀ ਕਵਿਤਾ ਲਿਖੀ ਜਾਂਦੀ ਸੀ, ਉਸ ਵਿੱਚ ਇੱਕ ਹੋਰ ਤਰ੍ਹਾਂ, ਜਿਵੇਂ ਉਹਨੂੰ ਗੁਰਸ਼ਰਨ ਭਾਜੀ ਹੁਣਾਂ ਨੇ ਕਿਹਾ ਸੀ ਕਿ ਸ਼ਬਦ ਜਿਹੜੀ ਕਿਤਾਬ ਆ, ਜਿਹੜੀ ਯਕੀਨ ਹੈ, ਇਹ ਪੰਜਾਬੀ ਕਵਿਤਾ ਦੀ ਖੜੋਤ ਨੂੰ ਤੋੜਦੀ, ਉਹਨਾਂ ਨੇ ਟ੍ਰਿਬਿਊਨ 'ਚ ਇੱਕ ਵਾਰੀ ਲਿਖਿਆ ਸੀ। ਤਾਂ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਕਵਿਤਾ ਸੁਣਾਉਣਾ ਕਿ ਉਹ ਹੈ ਕਵਿਤਾ ਕਿ ਮਾਂ ਤੇ ਬੱਚਾ, ਕਵਿਤਾ ਦਾ ਨਾਂ ਹੈ ਮਾਂ ਤੇ ਬੱਚਾ ਜੀ। ਕਿ ਮਾਂ ਬੜੇ ਚਾਅ ਨਾਲ ਗਮਲੇ ਵਿੱਚ ਲਾਉਂਦੀ ਹੈ ਮਨੀ ਪਲਾਂਟ ਜੀ। ਮਾਂ ਬੜੇ ਚਾਅ ਨਾਲ ਗਮਲੇ ਵਿੱਚ ਲਾਉਂਦੀ ਹੈ ਮਨੀ ਪਲਾਂਟ, ਬੱਚਾ ਰੁੜਦਾ ਜਾਂਦਾ ਹੈ, ਤੋੜ ਸੁੱਟਦਾ ਹੈ ਪੱਤੇ, ਪੁੱਟ ਕੇ ਵਗਾ ਮਾਰਦਾ ਹੈ ਨਿੱਕਾ ਜਿਹਾ ਪੌਦਾ। ਮਾਂ ਬੜੇ ਚਾਅ ਨਾਲ ਗਮਲੇ ਵਿੱਚ ਲਾਉਂਦੀ ਹੈ ਮਨੀ ਪਲਾਂਟ, ਬੱਚਾ ਰੁੜਦਾ ਜਾਂਦਾ ਹੈ, ਤੋੜ ਸੁੱਟਦਾ ਹੈ ਪੱਤੇ, ਪੁੱਟ ਕੇ ਵਗਾ ਮਾਰਦਾ ਹੈ ਨਿੱਕਾ ਜਿਹਾ ਪੌਦਾ। ਮਾਂ ਫੇਰ ਬੀਜਦੀ ਹੈ ਮਨੀ ਪਲਾਂਟ, ਬੱਚਾ ਫੇਰ ਉਖਾੜ ਕੇ ਸੁੱਟਦਾ ਹੈ ਪੁੰਗਰਨ ਤੇ ਨਵੇਂ ਪੱਤੇ। ਮਾਂ ਫੇਰ ਹੌਸਲਾ ਨਹੀਂ ਛੱਡਦੀ, ਪਰ ਬੱਚਾ ਫੇਰ ਜਾ ਰਿਹਾ ਹੈ ਬੂਟੇ ਵੱਲ ਰੁੜਿਆ। ਮੈਂ ਦੇਖ ਰਿਹਾ ਹਾਂ ਕਿੰਨੇ ਦਿਨਾਂ ਤੋਂ ਮਾਂ ਤੇ ਬੱਚੇ ਦੀ ਇਹ ਮਿੱਠੀ ਖੇਡ। ਮੈਂ ਦੇਖ ਰਿਹਾ ਹਾਂ ਕਿੰਨੇ ਦਿਨਾਂ ਤੋਂ ਮਾਂ ਤੇ ਬੱਚੇ ਦੀ ਇਹ ਮਿੱਠੀ ਖੇਡ। ਦੇਖਦਾ ਹਾਂ ਕਿ ਆਖਰ ਜਿੱਤਦਾ ਕੌਣ ਹੈ, ਮਾਂ ਦਾ ਹੌਸਲਾ ਜਾਂ ਬੱਚੇ ਦੀ ਜਿੱਦ। ਦੇਖਦਾ ਹਾਂ ਕਿ ਆਖਰ ਜਿੱਤਦਾ ਕੌਣ ਹੈ, ਮਾਂ ਦਾ ਹੌਸਲਾ ਜਾਂ ਬੱਚੇ ਦੀ ਜਿੱਦ।
क्या बात है जी, वाकई बहुत ਵਧੀਆ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤੇ ਮੈਂ ਅਮਰਜੀਤ ਤੁਹਾਡੇ ਨਾਲ ਗੱਲ ਚੱਲਦੀ ਰਹੇਗੀ, ਸਾਡੀ ਤੇ ਕਾਲ ਆ ਗਈ, ਆਪਾਂ ਕਾਲ ਲੈ ਲਈਏ ਦਰਸ਼ਕਾਂ ਦੀ ਵੀ, ਤੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਮੈਂ ਤੁਹਾਡੀ ਅਗਲੀ ਕਿਤਾਬ ਬਾਰੇ ਗੱਲ ਕਰੂੰਗਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਠੀਕ। ਪਹਿਲਾਂ ਮੈਨੂੰ ਤੇਰਾ ਧੰਨਵਾਦ ਕਰ ਲੈਣ ਲਈ, ਤੁਸੀਂ ਇਹੋ ਜਿਹੇ ਸ਼ਖਸੀਅਤਾਂ ਨੂੰ ਸਾਡੇ ਸਾਹਮਣੇ ਕਰਦੇ ਹੋ ਜੀ। ਬੜੇ ਵਿਦਵਾਨ ਲੋਕ ਨੇ ਇਹ, ਥੈਂਕ ਯੂ ਜੋ ਕੁਛ ਇਹਨਾਂ ਨੇ ਕੀ ਮਿਲਿਆ ਜੀ, ਉਹ ਉਂਗਲਾਂ ਤੇ ਗਣਨ ਵਾਲੀਆਂ ਗੱਲਾਂ ਨਹੀਂ ਗੀਆਂ, ਉਹਨਾਂ ਨੂੰ ਮੁੱਦਤਾਂ ਚਾਹੀਦੀਆਂ ਜੇ ਉਹਨਾਂ ਨੂੰ ਆਪਾਂ ਨਿਰੀਖਣ ਕਰਨਾ ਹੋਵੇ ਤਾਂ। ਜੀ ਜੀ ਜੀ, ਵਾਕਈ ਮੈਂ ਇੱਕ ਵਾਰੀ KTV ਦਾ ਵੀ, ਸਰਬਜੀਤ ਸਿੰਘ ਜੀ ਤੁਹਾਡਾ ਵੀ ਇੱਕ ਵਾਰੀ ਫਿਰ ਮੁੜ ਕੇ ਧੰਨਵਾਦੀ ਹਾਂ ਤੇ ਤੂੰ ਮੈਨੂੰ ਇਸ ਮੌਕੇ ਦੇ ਉੱਤੇ ਇੱਕ ਕਵਿਤਾ ਬੋਲਣੀ ਆ। ਜੀ ਜ਼ਰੂਰ ਜੀ। ਕਵਿਤਾ ਕੌਂਕੇ ਸਾਹਿਬ ਇੱਕ ਕਲਮ ਆ ਮੇਰੀ, ਜਿਸ ਕਲਮ ਦੇ ਧਨੀ ਤੁਸੀਂ, ਤੇ ਮੈਂ ਤਾਂ ਚਲੋ ਇਹਦੇ ਅੱਧੀਆਂ ਪੰਜਾਬੀ ਕਵਿਤਾ ਮੇਰੇ ਹਿਸਾਬ ਦੇ ਨਾਲ ਆਪਣੇ ਸਰਬਜੀਤ ਦੀ ਮਿਹਰਬਾਨੀ ਹੋਈ ਸਾਡੀਆਂ ਗੱਲਾਂ ਚੱਲਦੀਆਂ ਰਹਿੰਦੀਆਂ। ਜੇ ਸਰਬਜੀਤ ਸ਼ੁਰੂ ਕਰੀਏ ਫਿਰ ਕਵਿਤਾ। ਹਾਂਜੀ ਸ਼ਾਹ ਜੀ, ਆ ਜਾਓ। ਤੇ ਕਲਮ ਸ਼ਾਂਤ ਖਮੋਸ਼ ਰਹਿ ਸਦਾ ਉਡੀਕੇ, ਸਿਆਣਪ ਭਰੇ ਵਿਚਾਰ ਤੂੰ ਕਲਮੇ, ਉੱਪਰ ਕੇ ਕਾਗਜ਼ ਦੀ ਹਿੱਕ ਉੱਤੇ ਕਰੇ ਜਗ ਤੇ ਪਰ ਉਪਕਾਰ ਤੂੰ ਕਲਮ। ਵਾਹ ਵਾਹ। ਤੇ ਸੱਚ ਲਿਖਣੋਂ ਨਾ ਖੁੰਝੀ ਹਰਗਿਜ਼, ਆਪਣਾ ਆਪ ਦਈ ਵਾਰ ਤੂੰ ਕਲਮੇ। ਵਾਹ। ਤੂੰ ਸ਼ਮਸ਼ੀਰ ਤੇ ਢਾਲ ਵੀ ਤੂੰ ਹੀ, ਪਰ ਮੁਖ ਹੈ ਹਥਿਆਰ ਤੂੰ ਕਲਮੇ। ਹਥਿਆਰ ਵੀ ਤੂੰ ਹੀ। ਵਾਹ ਜੀ ਵਾਹ। ਵਾਹ ਜੀ ਬਹੁਤ। ਰਾਖੀ ਅਤੇ ਹਿਫਾਜ਼ਤ ਕਰਨੀ, ਭਾਵੇਂ ਝੱਲਣੇ ਪੈਣ ਤਸੀਹੇ, ਪਰਦੇ ਪਰਤਾਂ ਝੂਠ ਦੇ ਫੋਲੀ, ਕਦੇ ਨਾ ਮੰਨੀ ਹਾਰ ਤੂੰ ਕਲਮੇ। ਰਾਈਫਲ ਪਿਸਟਲ ਜਾਂ ਕਿਰਪਾਨਾਂ, ਜਾਨ ਲੈਵਾ ਹਥਿਆਰ ਨਹੀਂ। ਵਾਹ। ਰਾਈਫਲ ਪਿਸਟਲ ਜਾਂ ਕਿਰਪਾਨਾਂ, ਜਾਨ ਲੈਵਾ ਹਥਿਆਰ ਨਹੀਂ ਤੂੰ ਸਿਆਹੀ ਦੀ ਸੱਚੀ ਸਾਥਣ, ਨਿਭਦੀ ਹੈ ਦਿਲਦਾਰ ਤੂੰ ਕਲਮੇ। ਵਾਹ। ਤੇ ਇਨਕਲਾਬ ਤੇਰੀ ਹੋਂਦ ਲਿਆਵੇ, ਇਨਕਲਾਬ ਤੇਰੀ ਹੋਂਦ ਲਿਆਵੇ, ਕ੍ਰਾਂਤੀ ਸੋਚ ਬਗਾਵਤ ਲਿਖ ਕੇ, ਸਿਰ ਨਾ ਕਲਮ ਕਰਾ ਲਈ ਕਿਧਰੇ, ਰਹਿ ਚੌਕਸ ਹੁਸ਼ਿਆਰ ਤੂੰ ਕਲਮੇ। ਰਹਿ ਚੌਕਸ ਹੁਸ਼ਿਆਰ ਤੂੰ ਕਲਮੇ। ਤੇ ਸਾਹਿਤਕ ਸੱਥਾਂ ਦੀ ਪਟਰਾਣੀ, ਸਰਬਜੀਤ ਸਿੰਘ ਜੀ, ਸਾਹਿਤਕ ਸੱਥਾਂ ਦੀ ਪਟਰਾਣੀ, ਸਮਾਜਿਕ ਸੇਧਾਂ ਦੇਣ ਵਾਲੀਏ, ਅਪਰਾਧੀ ਲਈ ਫਾਂਸੀ ਦਾ ਫੰਦਾ, ਨਿਰਦੋਸ਼ ਦਾ ਹੈ ਅਧਿਕਾਰ ਤੂੰ ਕਲਮੇ। ਵਾਹ। ਆ ਮੋਮੋ ਠਗਣੇ ਸੱਜਣ ਜੈਸ ਠੱਗ, ਕੌਂਕੇ ਸਾਹਿਬ ਸ਼ੇਰ ਸੋਨੇ ਵਾਲਾ। ਹਾਂਜੀ। ਤੇ ਆ ਮੋਮੋ ਠਗਣੇ ਸੱਜਣ ਜੈ ਠੱਗ, ਮਿੱਠ ਬੋਲੜੇ ਦਿਲ ਦੇ ਕਾਲੇ, ਬਹਿਰੂਪੀਏ ਬਗਲੇ ਭਗਤਾਂ ਤਾਈ, ਪਰਖੀ ਤੂੰ ਕਰਦਾਰ ਨਹੀਂ ਕਲਮੇ। ਵਾਹ। ਤੇ ਵਿਲੱਖਣ ਕੋਈ ਇਤਿਹਾਸ ਸਿਰਜ ਦੇ, ਜਿਵੇਂ ਤੁਸੀਂ ਇਹਦੀਆਂ ਕਵਿਤਾਵਾਂ ਲਿਖੀਆਂ, ਕਿਤਾਬਾਂ ਲਿਖੀਆਂ, ਵਿਲੱਖਣ ਕੋਈ ਇਤਿਹਾਸ ਸਿਰਜ ਦੇ, ਤੈਥੋਂ ਸਿੱਖਿਆ ਲੈ ਜਮਾਨਾ, ਵਾਰ ਚੰਡੀ ਦੇ ਵਰਗਾ ਮੰਤਰ, ਤੂੰ ਬਣ ਖੰਡੇ ਦੀ ਧਾਰਨੀ ਕਲਮੇ। ਤੇ ਹੱਕਾਂ ਦੀ ਰਖਵਾਲੀ ਕਰਨੀ। ਵਾਹ। ਸ਼ੇਰਾ ਜਿਹਾ ਤੇ ਹੱਕਾਂ ਦੀ ਰਖਵਾਲੀ ਕਰਨੀ, ਫਰਜ਼ਾਂ ਦੀ ਪਹਿਚਾਣ ਵੀ ਦੱਸੀ। ਹੱਕਾਂ ਦੀ ਰਖਵਾਲੀ ਕਰਨੀ, ਫਰਜ਼ਾਂ ਦੀ ਪਹਿਚਾਣ ਵੀ ਦੱਸੀ, ਉਹ ਗੁੰਡਿਆਂ ਦੇ ਤੂੰ ਪਰਛੇ ਲਾਵੀਂ, ਦਾਨਿਆਂ ਦਾ ਸਤਕਾਰ ਤੂੰ ਕਲਮੇ। ਪੱਤਰਕਾਰਾਂ ਲਈ ਰੱਬ ਵਰਗੀ, ਜੋ ਨਾ ਵੇਚਦੇ ਫਿਰਨ ਜ਼ਮੀਰਾਂ, ਉਹਨਾਂ ਹੀਰਿਆਂ ਸਦਕੇ ਬਣਦੀ, ਅਖਬਾਰਾਂ ਦਾ ਸ਼ਿੰਗਾਰ ਤੂੰ ਕਲਮੇ। ਵਾਹ। ਤੇ ਸ਼ਹੀਦ ਕੌਮ ਲਈ ਜੋ ਮਰ ਮੁਕੇ, ਸ਼ਾਹਕਾਰ ਉਹਨਾਂ ਦੇ ਲਿਖਦੇ। ਵਾਹ। ਸ਼ਹੀਦ ਕੌਮ ਲਈ ਜੋ ਮਰ ਮੁਕੇ, ਸ਼ਾਹਕਾਰ ਉਹਨਾਂ ਦੇ ਲਿਖਦੇ, ਦੇਸ਼ ਭਗਤਾਂ ਦੇ ਤਾਈਂ ਸਤਕਾਰੀ ਸਦਾ ਗਦਾਰ ਤੂੰ ਕਲਮੇ। ਪਈਆ ਰਾਜ ਲੁੱਚੀ ਦੀ ਬੁੱਕਲ ਬਹਿ ਕੇ, ਕਰਨ ਕਾਲੀਆਂ ਜੋ ਕਰਤੂਤਾਂ, ਅਸਵਾਰ ਜੋ ਰੁਤਬਿਆਂ ਦੇ ਰਥ ਉੱਤੇ, ਉਹਨਾਂ ਦਾ ਭੰਡ ਹੰਕਾਰ ਤੂੰ ਕਲਮੇ। ਨਾਵਲ ਕਿੱਸੇ ਕਾਂਡ ਕਹਾਣੀ, ਧਰਮ ਦੇ ਫਲਸਫੇ ਤੇ ਕਵਿਤਾਵਾਂ। ਵਾਹ। ਨਾਵਲ ਕਿੱਸੇ ਕਾਂਡ ਕਹਾਣੀ, ਧਰਮ ਦੇ ਫਲਸਫੇ ਤੇ ਕਵਿਤਾਵਾਂ, ਕਾਗਜ਼ ਦੀ ਹਿੱਕ ਉੱਤੇ ਲਿਖਣੇ, ਕਰ ਸ਼ਬਦਾਂ ਦਾ ਪ੍ਰਚਾਰ ਤੂੰ ਕਲਮੇ। ਵਾਹ।
ਤੇ ਜੱਗ ਦਾ ਕਰੀ ਆਧਾਰ ਤੋਂ ਕਲਮੇ। ਅਮਰਜੀਤ ਸਿੰਘ ਜੀ ਸਾਹਿਬ ਅਖੀਰਲਾ ਬੰਦਿਆ ਕਵਿਤਾ ਦਾ। ਅੱਛਾ ਜੀ। ਤੇ ਜੱਗ ਦਾ ਕਰੀ ਸੁਧਾਰ ਤੋਂ ਕਲਮੇ, ਨਾ ਬਣ ਕਿਸੇ ਤੇ ਭਾਰ ਤੋਂ ਕਲਮੇ। ਵਾਹ। ਨਛੱਤਰ ਭੋਗਲ ਤੇਰੀ ਉਪਮਾ ਲਿਖਦਾ, ਤੇ ਲਿਖਣ ਦੀ ਰਚਨਹਾਰ ਤੋਂ ਕਲਮੇ। ਲਿਖਣ ਦੀ ਰਚਨਹਾਰ ਤੋਂ ਕਲਮੇ, ਲਿਖਣ ਦੀ ਰਚਨਹਾਰ ਤੋਂ ਕਲਮੇ। ਥੈਂਕ ਯੂ ਸਰਬਜੀਤ ਸਿੰਘ ਜੀ, ਇਸ ਵਾਰੀ ਫੇਰ ਮੈਂ ਤੁਹਾਡਾ ਧੰਨਵਾਦ ਕਰਦਾ। ਇਹੋ ਜਿਹੇ ਵੀਰ ਤੁਸੀਂ ਲਿਆ ਜਾਂਦੇ ਆ ਪ੍ਰੋਗਰਾਮ ਦੇ ਵਿੱਚ, ਜਿਨ੍ਹਾਂ ਦੇ ਕੋਲੋਂ ਸਾਨੂੰ ਕੁਛ ਨਾ ਕੁਛ ਨਹੀਂ ਬਹੁਤ ਕੁਛ ਸਿੱਖਣ ਨੂੰ ਮਿਲੂਗਾ। ਥੈਂਕ ਯੂ ਭਾਜੀ। ਥੈਂਕ ਯੂ ਭਾਜੀ ਤੁਹਾਡਾ ਵੀ। ਤੁਸੀਂ ਵੀ ਬਹੁਤ ਵਧੀਆ ਲਿਖਦੇ ਹੋ, ਜਿਸ ਤਰ੍ਹਾਂ ਹਮੇਸ਼ਾ ਮੈਂ ਕਹਿੰਦਾ ਤੁਹਾਡੀ ਕਵਿਤਾਵਾਂ ਵਿੱਚ ਬਹੁਤ ਜਾਨ ਹੁੰਦੀ ਹੈ, ਮਜ਼ਾ ਆਉਂਦਾ ਸੁਣ ਕੇ ਵੀ, ਔਰ ਇਸ ਤਰ੍ਹਾਂ ਤੁਸੀਂ ਲਿਖਦੇ ਰਹੋ। ਸਾਡੀ ਤਾਂ ਇਹੀ ਰੱਬ ਅੱਗੇ ਅਰਦਾਸ ਰਹੇਗੀ। ਅਮਰਜੀਤ ਜੀ ਦੇਖਿਆ ਸਾਡੇ ਨਛੱਤਰ ਭੋਗਲ ਜੀ ਵੀਰ ਜੀ ਵੀ, ਇਹ ਵੀ ਬਹੁਤ ਵਧੀਆ ਲਿਖਦੇ ਨੇ, ਔਰ ਕਿਸ ਤਰ੍ਹਾਂ ਇਹਨਾਂ ਨੇ ਕਲਮ ਦੀ ਗੱਲ ਕੀਤੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੀ ਯਕੀਨ ਜਿਹੜੀ ਕਿਤਾਬ ਆਈ ਸੀ, ਕਿਉਂਕਿ ਦਵੰਦ ਕਥਾ ਵਿੱਚ ਤੁਸੀਂ ਜ਼ਿਕਰ ਕੀਤਾ ਉਸ ਵੇਲੇ ਦੇ ਹਾਲਾਤਾਂ ਦਾ, ਔਰ ਉਸ ਤੋਂ ਬਾਅਦ ਤੁਹਾਡੀ ਕਿਤਾਬ ਆਈ ਯਕੀਨ। ਤੇ ਯਕੀਨ ਵਿੱਚ ਤੁਸੀਂ ਕੀ ਲਿਖਿਆ ਸੀਗਾ? ਯਕੀਨ ਵਿੱਚ ਵੀ ਮਤਲਬ ਜਿਹੜੀਆਂ ਮੇਰੀਆਂ ਕਵਿਤਾਵਾਂ ਸੀ ਯਕੀਨ ਵਿੱਚ, ਉਹ ਵੀ ਮੈਂ ਥੋੜਾ ਜਿਹਾ ਉਹਨਾਂ ਚ ਮੈਂ ਤੁਹਾਨੂੰ ਇੱਕ ਆਪਣੀ ਕਵਿਤਾ ਹੀ ਸੁਣਾਉਣਾ, ਤੁਸੀਂ ਉਹ ਚ ਫਰਕ ਅੰਦਾਜ਼ਾ ਲਾ ਲਓਗੇ ਜਾਣੀ। ਤਾਂ ਉਹ ਚ ਕਵਿਤਾ ਹੈ ਇੱਕ, ਯਕੀਨ ਛਪੀ ਸੀ 1993 ਦੇ ਵਿੱਚ। ਤਾਂ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਮੇਰੀ ਕਵਿਤਾ ਸੀ, ਕੌਣ ਪੜ੍ਹੇਗਾ ਕਵਿਤਾਵਾਂ ਜੀ, ਕਿ ਇਸ ਮੌਸਮ ਵਿੱਚ ਕੌਣ ਪੜ੍ਹੇਗਾ ਕਵਿਤਾਵਾਂ, ਜਦੋਂ ਡਿਸ਼ ਐਂਟੀਨੇ ਅੰਦਰੋਂ ਕਮਰੇ ਅੰਦਰ ਲੰਘ ਆਇਆ ਹੈ ਸੰਸਾਰ। ਇਸ ਮੌਸਮ ਵਿੱਚ ਕੌਣ ਪੜ੍ਹੇਗਾ ਕਵਿਤਾਵਾਂ, ਕਿ ਜਦੋਂ ਡਿਸ਼ ਐਂਟੀਨੇ ਵਿੱਚੋਂ ਕਮਰੇ ਅੰਦਰ ਲੰਘ ਆਇਆ ਹੈ ਸੰਸਾਰ। ਬੱਚੇ ਵੀਡੀਓ ਗੇਮਾਂ 'ਚ ਉਲਝੇ, ਔਰਤਾਂ ਬਿਊਟੀ ਪਾਰਲਰਾਂ 'ਚ ਹੇਅਰ ਸਟਾਈਲ ਬਣਾਉਂਦੀਆਂ, ਪੁਰਸ਼ ਵੱਧਦੇ ਘਟਦੇ ਸ਼ੇਰਾਂ ਦਾ ਹਿਸਾਬ ਕਿਤਾਬ ਕਰਦੇ। ਇਸ ਮੌਸਮ ਵਿੱਚ ਕੌਣ ਪੜ੍ਹੇਗਾ ਕਵਿਤਾਵਾਂ। ਇਸ ਮੌਸਮ ਵਿੱਚ ਕੌਣ ਪੜ੍ਹੇਗਾ ਕਵਿਤਾਵਾਂ, ਕਿ ਆਦਮਖੋਰ ਦੈਂਤ ਦਾ ਪੰਜਾ ਜਦੋਂ ਹਰ ਮੁਲਕ ਹਰ ਸ਼ਹਿਰ ਤੇ ਹਰ ਪਿੰਡ ਹਰ ਨਗਰ ਤੇ ਆਪਣੀ ਕਸ ਵਧਾ ਰਿਹਾ। ਇਸ ਮੌਸਮ ਵਿੱਚ ਕੌਣ ਪੜ੍ਹੇਗਾ ਕਵਿਤਾਵਾਂ, ਕਿ ਆਦਮਖੋਰ ਦੈਂਤ ਦਾ ਪੰਜਾ ਜਦੋਂ ਹਰ ਮੁਲਕ ਹਰ ਸ਼ਹਿਰ ਤੇ ਹਰ ਪਿੰਡ ਹਰ ਨਗਰ ਤੇ ਆਪਣੀ ਕਸ ਵਧਾ ਰਿਹਾ। ਲੋਕਾਂ ਨੂੰ ਆਪਣਾ ਮਹੱਤਵ ਦੱਸ ਰਿਹਾ, ਜਿਉਣ ਦੇ ਅਰਥ ਸਮਝਾ ਰਿਹਾ। ਇਸ ਮੌਸਮ ਵਿੱਚ ਸ਼ਾਇਰ ਤੇਰੀ ਸ਼ਾਇਰੀ ਕੌਣ ਪੜ੍ਹੇਗਾ। ਇਸ ਦੌਰ ਵਿੱਚ ਕਿ ਸ਼ਬਦ ਜਦੋਂ ਆਪਣੇ ਅਰਥ ਗਵਾ ਰਹੇ, ਇਸ ਦੌਰ ਵਿੱਚ ਕਿ ਸ਼ਬਦ ਜਦੋਂ ਆਪਣੇ ਅਰਥ ਗਵਾ ਰਹੇ, ਪਰਿਭਾਸ਼ਾਵਾਂ ਇਸ ਤਰ੍ਹਾਂ ਬਦਲੀਆਂ ਕਿ ਇੱਕਦਮ ਉਲਟ ਗਈਆਂ। ਇਸ ਦੌਰ ਵਿੱਚ ਕਿ ਸ਼ਬਦ ਜਦੋਂ ਆਪਣੇ ਅਰਥ ਗਵਾ ਰਹੇ, ਪਰਿਭਾਸ਼ਾਵਾਂ ਇਸ ਤਰ੍ਹਾਂ ਬਦਲੀਆਂ ਕਿ ਇੱਕਦਮ ਉਲਟ ਗਈਆਂ। ਟੁੱਟ ਰਹੀਆਂ ਧਾਰਨਾਵਾਂ, ਗੁਆਚ ਰਹੇ ਸੰਸਕਾਰ, ਆਧੁਨਿਕਤਾ ਦੀ ਇਹ ਸੰਨੀ ਦੌੜ ਦੇ ਵਿੱਚ ਕੌਣ ਪੜ੍ਹੇਗਾ ਕਵਿਤਾਵਾਂ। ਕੌਣ ਪੜ੍ਹੇਗਾ ਕਵਿਤਾਵਾਂ, ਕਿ ਬੀਜ ਜਦੋਂ ਮਿੱਟੀ ਚੋਂ ਨਹੀਂ ਖਾਦ ਵਿੱਚੋਂ ਪਨਪਣ ਲੱਗੇ। ਕਿ ਬੀਜ ਜਦੋਂ ਮਿੱਟੀ ਚੋਂ ਨਹੀਂ ਖਾਦ ਵਿੱਚੋਂ ਪਨਪਣ ਲੱਗੇ। ਆਦਮੀ ਜਦੋਂ ਖੁਰਾਕ ਤੇ ਨਹੀਂ ਟੌਨਕ ਤੇ ਜਿਉਣ ਲੱਗਿਆ। ਮਿੱਟੀ ਆਪਣੀ ਤਾਕਤ ਗਵਾ ਰਹੀ, ਸ਼ਬਦ ਆਪਣੀ ਸ਼ਕਤੀ। ਮਿੱਟੀ ਆਪਣੀ ਤਾਕਤ ਗਵਾ ਰਹੀ, ਸ਼ਬਦ ਆਪਣੀ ਸ਼ਕਤੀ। ਜੀਵਨ ਜਦੋਂ ਕਿਸੇ ਖੋਖਲੇ ਬਿਰਖ ਵਾਂਗੂ ਲੜਖੜਾਉਣ ਲੱਗਿਆ। ਇਸ ਸਮੇਂ ਕਵੀ ਤੇਰੀਆਂ ਕਵਿਤਾਵਾਂ ਕੌਣ ਪੜ੍ਹੇਗਾ। ਇਸ ਸਮੇਂ ਕਵੀ ਤੇਰੀਆਂ ਕਵਿਤਾਵਾਂ ਕੌਣ ਪੜ੍ਹੇਗਾ। ਵਾਹ ਜੀ ਵਾਹ, ਵਾਹ ਵਾਕਈ ਬਾ ਕਮਾਲ ਕਵਿਤਾ ਲਿਖੀ ਹੈ ਤੁਸੀਂ, ਔਰ ਬਹੁਤ ਵਧੀਆ ਲਿਖੀ ਹੈ ਕਿ ਇਸ ਸਮੇਂ 'ਚ ਜਦੋਂ ਸਾਰੇ ਬੰਦੇ ਆਪਣੇ ਆਪਣੇ ਕੰਮਾਂ ਕਾਰਾਂ 'ਚ ਰੁੱਝ ਗਏ ਆ, ਔਰ ਹੋਰ ਪਾਸੇ ਕਵੀਆਂ ਦੀ ਕਵਿਤਾਵਾਂ ਕੌਣ ਪੜ੍ਹੇਗਾ। ਪਰ ਜਿਸ ਤਰ੍ਹਾਂ ਸਾਡਾ ਇਹ ਪ੍ਰੋਗਰਾਮ ਹੈ ਇਹ ਕਵੀਆਂ ਦਾ, ਤੇ ਅਸੀਂ ਹੁਣ ਪੜ੍ਹਨ ਦੀ ਬਜਾਏ ਸਾਨੂੰ ਤੁਹਾਡੇ ਹਮੇਸ਼ਾ ਰੂਬਰੂ ਕਰਦੇ ਹਾਂ, ਔਰ ਇਹੀ ਗੁਜ਼ਾਰਿਸ਼ ਕਰਾਂਗੇ ਵੀ ਇਹਨਾਂ ਕਵੀਆਂ ਦੀ ਕਵਿਤਾਵਾਂ ਜ਼ਰੂਰ ਪੜ੍ਹੋ, ਕਿਉਂਕਿ ਇਹਨਾਂ 'ਚ ਹੀ ਸਾਨੂੰ ਸਾਡੇ ਸੰਸਕਾਰ ਵੀ ਮਿਲਦੇ ਨੇ। ਸੋ ਕਾਲ ਆ ਗਈ ਅਮਰਜੀਤ ਜੀ, ਆਪਾਂ ਕਾਲ ਲੈ ਲਈਏ ਤੇ ਕਾਲ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰਬਜੀਤ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਰਣਜੀਤ ਰਾਣਾ ਬੋਲਦਾ ਜੀ। ਰਣਜੀਤ ਰਾਣਾ ਜੀ ਧੰਨਵਾਦ, ਤੁਸੀਂ ਵੀ ਆਏ ਸਾਡੇ ਵਿਹੜੇ। ਸੋ ਕਹਿੰਦੇ ਹੁੰਦੇ ਜਿੱਦਾਂ ਕੀੜੀ ਘਰ ਨਾ ਰਹਿਣ ਆ ਗਏ, ਉਹ ਵਾਲੀ ਗੱਲ ਹੋ ਗਈ ਹੈ। ਵਾਹਿਗੁਰੂ ਵਾਹਿਗੁਰੂ ਭਾਰਨਾ ਚਾੜੋ। ਹਾਂਜੀ ਮੈਂ ਤਾਂ ਕੇਵਲ ਆਪ ਜੀ ਦੇ ਪ੍ਰੋਗਰਾਮ ਦੀ ਸ਼ਲਾਘਾ ਕਰ ਰਿਹਾ। ਥੈਂਕ ਯੂ ਜੀ। ਔਰ ਆਪ ਜੀ ਦੇ ਪ੍ਰੋਗਰਾਮ ਦੇ ਵਿੱਚ ਆ ਕੇ ਮੈਨੂੰ ਏਦਾਂ ਲੱਗਦਾ ਕਿ ਜਿਵੇਂ ਕਿ ਰੱਬ ਮਿਲ ਗਿਆ ਹੋਵੇ। ਕੀ ਬਾਤ ਹੈ ਜੀ। ਮੈਂ ਤੁਹਾਨੂੰ ਅਤੇ ਭਾਜੀ ਅਮਰਜੀਤ ਹੋਰਾਂ ਨੂੰ ਅਦਬੀ ਅਤੇ ਕਲਮੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੁਹਾਨੂੰ ਦੋਨਾਂ ਨੂੰ ਪ੍ਰਵਾਨ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
ਇਹਦੇ ਨਾਲ ਹੀ ਮੈਂ ਭਾਜੀ ਹੁਣਾਂ ਦੀ ਸ਼ਬਦਾਵਲੀ, ਅਮਰਜੀਤ ਭਾਜੀ ਹੁਣਾਂ ਦੀ ਸ਼ਬਦਾਵਲੀ ਅਤੇ ਉਹਨਾਂ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ। ਪਰਮਾਤਮਾ ਏਦਾਂ ਹੀ ਚੜ੍ਹਦੀ ਕਲਾ ਪ੍ਰਦਾਨ ਕਰੇ ਜੀ ਉਹਨਾਂ ਨੂੰ। ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਪਿਆਰ ਵਾਸਤੇ ਬਹੁਤ ਕਰਨੀਆਂ ਜੀ। ਇਰਸ਼ਾਦ ਜੀ, ਇਹਨਾਂ ਦੇ ਵਿਸ਼ੇ ਦੇ ਨਾਲ ਹੀ ਉਹਨਾਂ ਦਾ ਰਾਬਤਾ ਹੈ ਜੀ। ਜੀ ਉਹ ਇਉਂ ਆ ਜੀ ਕਿ ਕਦੇ ਕਦਾਈ ਕੁਝ ਮਾਂ ਬੋਲੀ ਦੇ ਨਾਂ ਹੀ ਲਿਖ, ਮੈਂ ਪ੍ਰਣਾਮ ਆਪਣੀ ਮਾਂ ਅਮੜੀ ਨੂੰ ਵੀ ਕਰ ਲੈਂਦਾ। ਵਾਹ। ਕਦੇ ਕਦਾਈ ਕੁਝ ਮਾਂ ਬੋਲੀ ਦੇ ਨਾਂ ਹੀ ਲਿਖ, ਮੈਂ ਪ੍ਰਣਾਮ ਆਪਣੀ ਮਾਂ ਅਮੜੀ ਨੂੰ ਵੀ ਕਰ ਲੈਂਦਾ ਹਾਂ। ਕੁਝ ਉਰੇ ਪਰੇ ਅਤੇ ਲੁਕ ਲੁਕਾ ਕੇ ਕੁਝ ਕੁ ਹੰਝੂ ਉਹਦੇ ਪਿਆਰ ਦੇ ਵਿੱਚ ਵੀ ਭਰ ਲੈਂਦਾ ਹਾਂ। ਵਾਹ। ਜੇ ਉਹ ਦਿੰਦੀ ਨਾ ਕਹਾ ਭਰੀਆਂ ਲੋਰੀਆਂ ਮੈਨੂੰ, ਤਾਂ ਫਿਰ ਕਿਵੇਂ ਲਿਖਦਾ ਇਹ ਊੜਾ ਐੜਾ ਮੈਂ। ਜੇ ਉਹ ਦਿੰਦੀ ਨਾ ਕਹਾ ਭਰੀਆਂ ਲੋਰੀਆਂ ਮੈਨੂੰ, ਤਾਂ ਫਿਰ ਕਿਵੇਂ ਲਿਖਦਾ ਇਹ ਊੜਾ ਐੜਾ ਮੈਂ। ਵਿੱਚ ਕਵਿਤਾ ਦੇ ਹੀ ਯਾਦ ਕਰ ਮਾਂ ਅਮੜੀ ਨੂੰ, ਮੈਂ ਦਿਲ ਉੱਤੇ ਕੋਈ ਭਾਰਾ ਜਿਹਾ ਪੱਥਰ ਹੀ ਧਰ ਲੈਂਦਾ ਹਾਂ। ਮੈਂ ਦਿਲ ਉੱਤੇ ਕੋਈ ਭਾਰਾ ਜਿਹਾ ਪੱਥਰ ਹੀ ਧਰ ਲੈਂਦਾ ਹਾਂ। ਮੈਂ ਦਿਲ ਉੱਤੇ ਕੋਈ ਭਾਰਾ ਜਿਹਾ ਹੀ ਪੱਥਰ ਧਰ ਲੈਂਦਾ। ਵਾਹ ਜੀ ਵਾਹ। ਮੇਰਾ ਜੀ ਰਵਾਈ ਹੋ ਰਿਹਾ ਕਿ ਖੁੱਲੇ ਪਿੰਡ ਵਿੱਚ ਆ ਕੇ ਹੀ ਤਾਂ ਸ਼ੈਬਰ ਖੂਬ ਕਲਾ ਦੀ ਲੱਗਦੀ। ਅਮਰਜੀਤ ਭਾਜੀ, ਆਪਾਂ ਹੁਣ ਖੁੱਲੇ ਪਿੰਡ ਵਿੱਚ ਆਏ ਹਾਂ। ਖੁੱਲੇ ਪਿੰਡ ਵਿੱਚ ਆ ਕੇ ਹੀ ਤਾਂ ਸ਼ੈਬਰ ਖੂਬ ਕਲਾ ਦੀ ਲੱਗਦੀ ਏ। ਫਿਰ ਪਾਉਣ ਕੋਈ ਪਿਆਰੀਆਂ ਪਿਆਰੀਆਂ ਆਵਾਜ਼ਾਂ ਦੀ ਵਿੱਚ ਲੈ ਦੇ ਹੀ ਪਈ ਵਗਦੀ ਏ। ਜੀ ਕਰਦਾ ਕਲਾ ਦੇ ਨਿਮਰ ਪ੍ਰੇਮੀਆਂ ਨੂੰ ਹੱਥੀਂ ਛਾਵਾਂ ਕਰ ਕਰ ਮੈਂ ਕਦੇ ਵੀ ਥੱਕਾਂ ਅੱਕਾਂ ਨਾ। ਜੀ ਕਰਦਾ ਕਲਾ ਦੇ ਨਿਮਰ ਪ੍ਰੇਮੀਆਂ ਨੂੰ ਹੱਥੀਂ ਛਾਵਾਂ ਕਰ ਕਰ ਮੈਂ ਕਦੇ ਵੀ ਥੱਕਾਂ ਅੱਕਾਂ ਨਾ। ਐ ਲੋਕੋ, ਇਹ ਅਜੀਬ ਜਿਹੀ ਵਿਥਿਆ ਅਤੇ ਖੁਰਾਕ ਤਾਂ ਮੇਰੀ ਰੂਹ ਦੀ ਰਗ ਰਗਦੀ ਏ। ਐ ਲੋਕੋ, ਇਹ ਅਜੀਬ ਜਿਹੀ ਵਿਥਿਆ ਅਤੇ ਖੁਰਾਕ ਤਾਂ ਮੇਰੀ ਰੂਹ ਦੀ ਰਗ ਰਗਦੀ ਏ। ਮੇਰੀ ਰੂਹ ਦੀ ਰਗ ਰਗਦੀ ਏ। ਇਹਦੇ ਨਾਲ ਹੀ ਮੈਂ ਤੁਹਾਨੂੰ ਦੋਨਾਂ ਨੂੰ, ਭਾਜੀ ਹੁਣਾਂ ਨੂੰ, ਇਹਨਾਂ ਤੁਹਾਨੂੰ ਅੱਗੇ ਲੈ ਰਿਹਾ। ਬਹੁਤ ਹੀ ਵਧੀਆ ਲੱਗਾ ਦਰਸ਼ਨ ਕਰਕੇ ਭਾਜੀ ਹੁਣਾਂ ਦੇ। ਕਿਤੇ ਫਿਰ ਦਤਾਰ ਪਾਤਸ਼ਾਹ ਨੇ ਤਵਾਕ ਬਖਸ਼ਿਆ ਤਾਂ ਇਹਨਾਂ ਨੂੰ ਮਿਲਾਂਗੇ ਵੀ ਜ਼ਰੂਰ। ਬਹੁਤ ਹੀ ਪਿਆਰ ਭਰੇ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਮਰਜੀਤ ਭਾਜੀ, ਇਹ ਸਾਡੇ ਰਣਜੀਤ ਰਾਣਾ ਭਾਜੀ ਸੀ, ਜਿਨ੍ਹਾਂ ਨੂੰ ਅਸੀਂ ਰੁਬਾਈਆਂ ਦੇ ਬਾਦਸ਼ਾਹ ਵੀ ਕਹਿੰਦੇ ਹਾਂ। ਵਾਕਈ ਬਹੁਤ ਵਧੀਆ ਲਿਖਦੇ ਨੇ। ਤੋ ਜਿੱਦਾਂ ਇਹਨਾਂ ਨੇ ਗੱਲ ਕੀਤੀ ਸੀ ਕਿ ਪੱਥਰ ਦਿਲ ਤੇ ਰੱਖ ਲੈਂਦੇ ਲੋਕ ਔਰ ਭੁੱਲ ਜਾਂਦੇ ਆ, ਮੈਨੂੰ ਚੰਦ ਲਾਈਨਾਂ ਯਾਦ ਆ ਗਈਆਂ। ਕਹਿੰਦਾ, ਉਹ ਪੱਥਰ ਕਿੱਥੋਂ ਮਿਲਦਾ ਹੈ ਯਾਰਾ ਸਾਨੂੰ ਵੀ ਦੱਸ ਦੇ। ਉਹ ਪੱਥਰ ਕਿੱਥੋਂ ਮਿਲਦਾ ਹੈ ਯਾਰਾ ਸਾਨੂੰ ਵੀ ਦੱਸ, ਜਿਹਨੂੰ ਲੋਕ ਦਿਲ ਤੇ ਰੱਖ ਕੇ ਆਪਣੇ ਰਿਸ਼ਤਿਆਂ ਨੂੰ ਭੁੱਲ ਜਾਂਦੇ ਨੇ। ਸਾਨੂੰ ਆਪਣੇ ਰਿਸ਼ਤੇ ਨਹੀਂ ਭੁੱਲਣੇ ਚਾਹੀਦੇ। ਆਪਣੇ ਜਿਹੜੇ ਸਾਡੇ ਰਿਸ਼ਤੇ ਆ ਆਪਣੇ ਆ, ਉਹਨਾਂ ਨਾਲ ਜ਼ਰੂਰ ਆਪਣੇ ਨਾਲ ਰਹੋ ਤਾਂ ਕਿ ਅਸੀਂ ਜ਼ਿੰਦਗੀ 'ਚ ਕੁਝ ਕਰ ਸਕੀਏ, ਕਿਉਂਕਿ ਰਿਸ਼ਤਿਆਂ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਅਮਰਜੀਤ ਜੀ, ਗੱਲ ਕਰ ਰਹੇ ਸੀ ਤੁਹਾਡੀ ਕਿਤਾਬ, ਹੁਣ ਕਰਦੇ ਹਾਂ ਗੱਲ ਸ਼ਬਦ ਰਹਿਣਗੇ ਕੋਲ ਜਿਹੜੇ ਸੀਗੇ। ਹਾਂਜੀ, ਇਹਦੇ ਵਿੱਚ ਤੁਸੀਂ ਕੀ ਲਿਖਿਆ ਸੀਗਾ? ਸ਼ਬਦ ਰਹਿਣਗੇ ਕੋਲ। ਇਹਦੇ ਵਿੱਚ ਵੀ ਜਿਹੜੀਆਂ ਮਤਲਬ ਜਦੋਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਕਿਤਾਬ ਆਈ ਸੀ 1996 ਦੇ ਵਿੱਚ। ਇਸ ਕਿਤਾਬ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਜੀ 1996 ਦੀ ਸਰਵੋਤਮ ਪੁਸਤਕ ਜਿਹੜੀ ਸੀ ਉਹਦਾ ਪੁਰਸਕਾਰ ਮਿਲਿਆ ਸੀ ਜੀ ਇਸ ਕਿਤਾਬ ਨੂੰ। ਵਾਹ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ। ਹਾਂਜੀ, ਉਹਨਾਂ ਦਾ ਪੁਰਸਕਾਰ ਸੀ, ਪ੍ਰੋਫੈਸਰ ਮੋਹਨ ਸਿੰਘ ਮਾਹਰ ਪੁਰਸਕਾਰ ਸੀ ਇਹਨਾਂ ਦਾ, ਹਨਾ। ਤਾਂ ਉਸ ਦੇ ਵਿੱਚੋਂ ਵੀ ਮੈਂ ਤੁਹਾਨੂੰ ਇਹਦੇ ਵਿੱਚ ਮੈਂ ਜਿਵੇਂ ਨਾਂ ਤੋਂ ਹੀ ਇਹਦਾ ਹੈਗਾ ਕਿ ਸ਼ਬਦ ਰਹਿਣਗੇ ਕੋਲ, ਮਤਲਬ ਸ਼ਬਦਾਂ ਦੀ ਮਹੱਤਤਾ ਤੇ ਸ਼ਬਦਾਂ ਦੇ ਨਾਲ ਆਪਣਾ ਰਿਲੇਸ਼ਨ, ਕਵੀ ਦਾ ਰਿਲੇਸ਼ਨ ਕੀ ਹੈ ਸ਼ਬਦਾਂ ਦੇ ਨਾਲ, ਸਾਡੇ ਸਮਾਜ ਦਾ ਰਿਲੇਸ਼ਨ ਕੀ ਹੈ ਇਸ ਤੋਂ, ਇਹਦੇ ਬਾਰੇ ਮੈਂ ਇੱਕ ਨਿੱਕੀ ਜਿਹੀ ਕਵਿਤਾ ਸੀਗੀ ਉਹ ਤੁਹਾਨੂੰ ਸਾਂਝੀ ਕਰਦਾ ਤੁਹਾਡੇ ਨਾਲ। ਇਹੀ ਕਵਿਤਾ ਸ਼ਬਦ ਰਹਿਣਗੇ ਕੋਲ। ਕਹਿੰਦਾ ਵੀ ਦੁੱਖ ਹੋਵੇਗਾ ਤਾਂ ਅਸੀਂ ਲਿਖਾਂਗੇ ਕਵਿਤਾ, ਦੁੱਖ ਹੋਵੇਗਾ ਤਾਂ ਅਸੀਂ ਲਿਖਾਂਗੇ ਕਵਿਤਾ, ਖੁਸ਼ ਹੋਵਾਂਗੇ ਤਾਂ ਵੀ ਸ਼ਬਦਾਂ ਦੇ ਵਿੱਚ ਭਰਾਂਗੇ ਸਾਰਾ ਉਲਾਸ। ਦੁੱਖ ਹੋਵੇਗਾ ਤਾਂ ਅਸੀਂ ਲਿਖਾਂਗੇ ਕਵਿਤਾ, ਖੁਸ਼ ਹੋਵਾਂਗੇ ਤਾਂ ਵੀ ਸ਼ਬਦਾਂ ਵਿੱਚ ਭਰਾਂਗੇ ਸਾਰਾ ਉਲਾਸ। ਉਦਾਸ ਹੋਵਾਂਗੇ ਦੁਨੀਆ ਤੋਂ ਤਾਂ ਸ਼ਬਦਾਂ ਦੇ ਵਿੱਚ ਕਰਾਂਗੇ ਵਿਦਰੋਹ। ਉਦਾਸ ਹੋਵਾਂਗੇ ਦੁਨੀਆ ਤੋਂ ਤਾਂ ਸ਼ਬਦਾਂ ਦੇ ਵਿੱਚ ਕਰਾਂਗੇ ਵਿਦਰੋਹ। ਹਾਰਾਂਗੇ ਪਿਆਰ ਵਿੱਚ ਤਾਂ ਵੀ ਸਿਸਕਾਂਗੇ ਸ਼ਬਦਾਂ ਦੀ ਗੋਦ ਵਿੱਚ ਸਿਰ ਦੇ ਕੇ। ਵਾਹ। ਉਦਾਸ ਹੋਵਾਂਗੇ ਦੁਨੀਆ ਤੋਂ ਤਾਂ ਸ਼ਬਦਾਂ ਦੇ ਵਿੱਚ ਕਰਾਂਗੇ ਵਿਦਰੋਹ। ਹਾਰਾਂਗੇ ਪਿਆਰ ਵਿੱਚ ਤਾਂ ਵੀ ਸਿਸਕਾਂਗੇ ਸ਼ਬਦਾਂ ਦੀ ਗੋਦ ਵਿੱਚ ਸਿਰ ਦੇ ਕੇ। ਸ਼ਬਦ ਸਾਡਾ ਦੁੱਖ ਨੇ, ਸਾਡਾ ਸੁੱਖ ਵੀ ਨੇ ਸ਼ਬਦ।
ਸ਼ਬਦ ਸਾਡਾ ਦੁੱਖ ਨੇ, ਸਾਡਾ ਸੁੱਖ ਵੀ ਨੇ ਸ਼ਬਦ। ਸ਼ਬਦ ਸਾਡੀ ਸੀਮਾ, ਸਾਡੀ ਸੰਭਾਵਨਾ ਵੀ ਨੇ ਸ਼ਬਦ। ਸ਼ਬਦ ਸਾਡੀ ਕਵਿਤਾ, ਸਾਡੇ ਹਥਿਆਰ ਵੀ ਨੇ ਸ਼ਬਦ। ਕੁਝ ਵੀ ਨਹੀਂ ਹੋਵੇਗਾ ਕੋਲ ਜਦੋਂ, ਉਦੋਂ ਵੀ ਸਾਡੇ ਕੋਲ ਹੋਣਗੇ ਸ਼ਬਦ। ਕੁਝ ਵੀ ਨਹੀਂ ਹੋਵੇਗਾ ਕੋਲ ਜਦੋਂ, ਉਦੋਂ ਵੀ ਸਾਡੇ ਕੋਲ ਹੋਣਗੇ ਸ਼ਬਦ। ਆਪਣੀਆਂ ਅਸੀਮ ਸੰਭਾਵਨਾਵਾਂ ਸਮੇਤ, ਆਪਣੀਆਂ ਅਸੀਮ ਸੰਭਾਵਨਾਵਾਂ ਸਮੇਤ। ਕਿਆ ਬਾਤ ਹੈ ਜੀ, ਵਾਕਈ ਜਦੋਂ ਕੁਛ ਨਹੀਂ ਸਾਡੇ ਕੋਲ ਹੋਏਗਾ, ਲੇਕਿਨ ਜਿਹੜੇ ਸਾਡੇ ਸ਼ਬਦ ਹੈ ਨਾ, ਇਹ ਸਾਡੇ ਕੋਲ ਹਮੇਸ਼ਾ ਰਹਿਣੇ ਆ। ਵਾਕਈ ਸੱਚਾਈ ਹੈ ਕਿ ਜਿਹੜੇ ਸਾਡੇ ਸ਼ਬਦ ਆ ਸਾਡੇ ਕੋਲ ਹਮੇਸ਼ਾ ਹੀ ਸਾਡੇ ਵਿੱਚ ਵੱਸਦੇ ਨੇ ਔਰ ਸਾਡੇ ਵਿੱਚ ਰਹਿਣਗੇ। ਇਹੀ ਸਾਡੇ ਸੰਸਕਾਰ ਹੋਣਗੇ। ਅਮਰਜੀਤ ਜੀ ਕਾਲ ਆ ਗਈ ਹੈ, ਫਿਰ ਕਾਲ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ। ਸਤਿ ਸ਼੍ਰੀ ਅਕਾਲ ਜੀ। ਮੈਂ ਸੁਖਵਿੰਦਰ ਸਿੰਘ ਗਿੱਲ ਤੋਂ। ਹਾਂਜੀ ਸੁਖਵਿੰਦਰ ਸਿੰਘ ਗਿੱਲ ਜੀ, ਜੀ ਆਇਆਂ ਨੂੰ। ਚੁੰਨੀ ਤੇ ਕਰਤਾ ਜੀ, ਆ ਜਾਓ। ਚੁੰਨੀ ਸੋਭ ਦੀ ਔਰਤ ਦੇ ਪਾਗੇ ਸੋਭ ਸਰਦਾਰ ਜੀ ਨੂੰ। ਚੁੰਨੀ ਨਾਲ ਜੇ ਗੋਟਾ ਸੋਹਣੀ ਲੱਗਦੀ ਸਰਦਾਰ ਜੀ ਨੂੰ। ਇਹ ਚੁੰਨੀ ਨੂੰ ਸਾਰੇ ਜੇ ਹੋਣ ਲੱਗੇ ਸੂਟ ਵੀ ਸੋਹਣਾ ਪਾਇਆ ਹੋਵੇ, ਉਸ ਪੰਜਾਬਣ ਦਾ ਰੂਪ ਨਾ ਜਾਏ ਚੱਲਿਆ, ਹੱਥ ਟਿਕਾਇਆ ਹੋਵੇ। ਬਾਜਾਂ ਵਾਲੇ ਨੇ ਔਰਤ ਨੂੰ ਮਾਣ ਦਿੱਤਾ, ਇਸੇ ਲਈ ਉਹ ਸਿਰ ਚੁੰਨੀ। ਮੰਦਾ ਆਖੋ ਨਾ ਪਾਣੀਆਂ ਨੂੰ ਵਿੱਚ ਭੁੱਲ ਕੇ ਪਾਏ ਚੁੰਨੀ। ਕਿਤੇ ਅੱਜ ਕੱਲ ਰਿਵਾਜ ਦਾ ਜੇਕਰ ਪਾਊਡਰ ਪਾਇਆ ਹੋਵੇ, ਉਹ ਪੰਜਾਬਣ ਦਾ ਰੂਪ ਨਾ ਜਾਏ ਚੱਲਿਆ, ਹੱਥ ਗੁਰੂ ਜੀ ਟਿਕਾਇਆ ਹੋਵੇ। ਕਦੇ ਗੁੱਸਾ ਨਾ ਕਰੋ ਬੱਚੀਆਂ ਦਾ, ਅੱਜ ਸਿਆਣੀਆਂ ਨੇ ਸਿਰ ਤੋਂ ਚੁੰਨੀ ਲੈਣ ਦੇਵਣ, ਉਮਰ ਵਿੱਚ ਭਾਵੇਂ ਕਈ ਸਿਆਣੀਆਂ ਨੇ। ਮਾਪੇ ਸੋਚ ਸਦਾਰੇ ਦੇ ਪਾਠ ਪੜ੍ਹਨ ਜੇ ਇਹਨਾਂ ਨੂੰ ਪਾਇਆ ਹੋਵੇ, ਉਸ ਪੰਜਾਬਣ ਦਾ ਰੂਪ ਨਾ ਜਾਏ ਚੱਲਿਆ, ਹੱਥ ਗੁਰੂ ਦੇ ਸਿਰ ਟਿਕਾਇਆ ਹੋਵੇ। ਰੱਬ ਕਰੇ ਜਾਏ ਸਿਰ ਸਦਾ ਹੀ ਔਰਤ ਚੁੰਨੀ। ਗਿੱਲ ਗਵਾ ਬੈਠੀਆਂ ਕਈ ਪਰੰਦੇ ਪਰਾਂਦਿਆਂ ਨੂੰ ਲੈਂਦੀ ਏ ਸਾਰੇ ਢੱਕ ਚੁੰਨੀ। ਕਈ ਫੁਲਕਾਰੀਆਂ ਵਾਂਗੂ ਇਹਨੂੰ ਕੱਢਦੀਆਂ ਨੇ, ਜੇਕਰ ਵਿਆਹ ਵੀ ਲੱਗਿਆ ਹੋਵੇ, ਪੰਜਾਬਣ ਦਾ ਰੂਪ ਨਾ ਜਾਏ ਚੱਲਿਆ, ਹੱਥ ਗੁਰੂ ਆਇਆ ਹੋਵੇ। ਵੀਰ ਭੈਣਾਂ ਤੇ ਕਰਦੇ ਜਿਹੜੀਆਂ ਸਿਰ ਚੁੰਨੀਆਂ ਢੱਕਦੀਆਂ, ਤੁਰੀਆਂ ਜਾਂਦੀਆਂ ਵੀ ਆਖ ਦਿੰਦੀਆਂ ਕੁੜੀਆਂ ਸੂਟ ਨਾਲ ਕਿੰਨਾ ਜੱਚਦੀਆਂ। ਚੁੰਨੀ ਸਦਾ ਹੀ ਸਿਰ ਉੱਤੇ ਰਹੇ ਟਿਕੀ, ਹੁੰਦਿਆਂ ਜੇ ਬੱਚੀ ਨੂੰ ਸਮਝਾਇਆ ਹੋਵੇ, ਉਸ ਦਾ ਰੂਪ ਨਾ ਜਾਏ ਚੱਲਿਆ, ਹੱਥ ਗੁਰੂ ਦੇ ਹੋਵੇ। ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਚੱਲ ਰਿਹਾ ਹੈ। ਮੈਂ ਇੱਕ ਚੁੰਨੀ ਤੇ ਤੁਹਾਡੇ ਨਾਲ ਭਾਜੀ ਹੁਣੀ ਬਹੁਤ ਸੋਹਣੀਆਂ ਤੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਮਰਜੀਤ ਜੀ, ਦੇਖੋ ਤੁਹਾਨੂੰ ਦਰਸ਼ਕ ਕਿੰਨਾ ਪਿਆਰ ਕਰ ਰਹੇ ਹੋ, ਕਿਸ ਤਰ੍ਹਾਂ ਕਹਿ ਰਹੇ ਕਿ ਭਾਜੀ ਹੁਣੀ ਬਹੁਤ ਵਧੀਆ ਲਿਖਦੇ ਨੇ। ਵਾਕਈ ਤੁਹਾਡੀ ਜਿਹੜੀ ਕਲਮ ਹੈ ਬਹੁਤ ਵਧੀਆ ਲਿਖਦੀ ਹੈ। ਸੋ ਅਸੀਂ ਤਾਂ ਇਹੀ ਅਰਦਾਸ ਕਰਾਂਗੇ ਤੁਸੀਂ ਵਧੀਆ ਲਿਖਦੇ ਰਹੋ। ਹੁਣ ਸਾਡੇ ਕੋਲ ਅਮਰਜੀਤ ਜੀ ਟਾਈਮ ਬਹੁਤ ਘੱਟ ਰਹਿ ਗਿਆ, ਸੋ ਮੈਂ ਚਾਹਾਂਗਾ ਤੁਸੀਂ ਆਪਣੀ ਜਿਹੜੀ ਤੁਹਾਡੀ ਕਿਤਾਬ ਸੀ ਪਿਆਸ, ਉਹਦੇ ਵਿੱਚੋਂ ਜ਼ਰੂਰ ਇੱਕ ਕਵਿਤਾ ਜ਼ਰੂਰ ਸਾਡੇ ਨਾਲ ਸਾਂਝੀ ਕਰੋ, ਕਿਉਂਕਿ ਸਮੇਂ ਦੀ ਪਾਬੰਦੀ ਹੈ। ਦਿਲ ਤਾਂ ਨਹੀਂ ਕਰ ਰਿਹਾ ਕਹਿਣ ਦਾ, ਲੇਕਿਨ ਕੀ ਕਰੀਏ, ਸਮੇਂ ਦੇ ਨਾਲ ਤੁਰਨਾ ਪੈਂਦਾ ਹੈ। ਸੋ ਮੈਂ ਚਾਹਾਂਗਾ ਤੁਸੀਂ ਆਪਣੀ ਜਿਹੜੀ ਪਿਆਸ ਕਿਤਾਬ ਸੀ ਉਹਦੇ ਵਿੱਚੋਂ ਜ਼ਰੂਰ ਇੱਕ ਰਚਨਾ ਸਾਡੇ ਨਾਲ ਸਾਂਝੀ ਕਰੋ। ਮੈਂ ਪਿਆਸ ਕਿਤਾਬ ਦੇ ਵਿੱਚੋਂ ਇੱਕ ਤੁਹਾਡਾ ਕਵਿਤਾ ਸਾਂਝੀ ਕਰਦਾ, ਜਿਹੜੀ ਮੈਨੂੰ ਆਪ ਨੂੰ ਬੜੀ ਪਸੰਦ ਆ। ਉਹ ਕਵਿਤਾ ਦਾ ਨਾਮ ਹੈ ਕਿ ਬੱਸ ਵਿੱਚ ਗੀਤ ਗਾਉਂਦੀ ਕੁੜੀ। ਬੱਸ ਵਿੱਚ ਗੀਤ ਗਾਉਂਦੀ ਕੁੜੀ, ਵਾਹ। ਹਾਂਜੀ। ਬੱਸ ਵਿੱਚ ਹੱਥ ਜੋੜ ਕੇ ਖੜੀ ਇੱਕ ਨਿੱਕੀ ਜਿਹੀ ਕੁੜੀ ਗੀਤ ਗਾ ਰਹੀ ਹੈ। ਬੱਸ ਵਿੱਚ ਹੱਥ ਜੋੜ ਕੇ ਖੜੀ ਇੱਕ ਨਿੱਕੀ ਜਿਹੀ ਕੁੜੀ ਗੀਤ ਗਾ ਰਹੀ ਹੈ। ਉਸ ਨੂੰ ਆਪਣੇ ਗੀਤ ਤੇ ਕਿੰਨਾ ਭਰੋਸਾ ਹੈ ਕਿ ਸਵਾਰੀਆਂ ਦੇ ਅਣਦੇਖਿਆ ਕਰਨ, ਕੰਡਕਟਰ ਦੇ ਝਿੜਕਣ ਅਤੇ ਬੱਸ ਵਿੱਚ ਪੈ ਰਹੇ ਰੌਲੇ ਤੋਂ ਬੇਨਿਆਜ਼ ਉਹ ਕੁੜੀ, ਨਿੱਕੀ ਜਿਹੀ ਕੁੜੀ ਗੀਤ ਗਾਈ ਜਾ ਰਹੀ ਹੈ। ਉਸ ਨੂੰ ਆਪਣੇ ਗੀਤ ਤੇ ਕਿੰਨਾ ਭਰੋਸਾ ਹੈ ਕਿ ਸਵਾਰੀਆਂ ਦੇ ਅਣਦੇਖਿਆ ਕਰਨ, ਕੰਡਕਟਰ ਦੇ ਝਿੜਕਣ ਅਤੇ ਬੱਸ ਵਿੱਚ ਪੈ ਰਹੇ ਰੌਲੇ ਗੋਲੇ ਤੋਂ ਬੇਨਿਆਜ਼ ਉਹ ਨਿੱਕੀ ਜਿਹੀ ਕੁੜੀ ਗੀਤ ਗਾ ਰਹੀ ਹੈ। ਉਸ ਨੂੰ ਆਪਣੇ ਗੀਤ ਤੇ ਕਿੰਨਾ ਭਰੋਸਾ ਹੈ। ਗਾਉਂਦੀ ਹੋਈ ਇਸ ਨਿੱਕੀ ਜਿਹੀ ਕੁੜੀ ਦਾ ਚਿਹਰਾ ਇੰਨਾ ਆਤਮ ਵਿਸ਼ਵਾਸ ਨਾਲ ਭਰਿਆ ਹੈ ਕਿ ਲੱਗਦਾ ਹੈ ਉਸ ਲਈ ਗੀਤ ਗਾਉਣਾ ਹੀ ਦੁਨੀਆ ਦਾ ਸਭ ਤੋਂ ਪਵਿੱਤਰ ਅਤੇ ਵਡੇਰਾ ਕਾਰਜ ਹੈ। ਯਕੀਨ ਹੈ ਉਸ ਨੂੰ ਕਿ ਉਸ ਦੇ ਗਾਏ ਹੋਏ ਗੀਤ ਉਸ ਲਈ ਅਤੇ ਉਸ ਦੇ ਪਰਿਵਾਰ ਲਈ ਸ਼ਾਮ ਦੀ ਰੋਟੀ ਦਾ ਵਸੀਲਾ ਬਣਨਗੇ, ਉਸ ਦੀ ਬਿਮਾਰ ਮਾਂ ਲਈ ਦਵਾਈ ਦਾ ਹੀਲਾ ਕਰਨਗੇ। ਇਸੇ ਲਈ ਉਹ ਅੱਜ ਜਿਹੇ ਯਕੀਨ ਨਾਲ ਭਰੀ ਹੋਈ ਗੀਤ ਗਾ ਰਹੀ ਹੈ।
ਵਾਹ। ਗੀਤ ਖਤਮ ਹੋ ਗਿਆ ਹੈ, ਗੀਤ ਖਤਮ ਹੋ ਗਿਆ ਹੈ, ਉਹ ਸਵਾਰੀਆਂ ਅੱਗੇ ਹੱਥ ਕਰਦੀ, ਹੌਲੀ ਹੌਲੀ ਤੁਰਦੀ, ਭੀਖ ਨਹੀਂ ਜਿਵੇਂ ਆਪਣੀ ਕਲਾ ਦਾ ਮੁੱਲ ਮੰਗਦੀ ਹੈ। ਗੀਤ ਖਤਮ ਹੋ ਗਿਆ ਹੈ, ਉਹ ਸਵਾਰੀਆਂ ਅੱਗੇ ਹੱਥ ਕਰਦੀ, ਹੌਲੀ ਹੌਲੀ ਤੁਰਦੀ, ਭੀਖ ਨਹੀਂ ਜਿਵੇਂ ਆਪਣੀ ਕਲਾ ਦਾ ਮੁੱਲ ਮੰਗਦੀ ਹੈ। ਉਸ ਦੀਆਂ ਤਲੀਆਂ ਤੇ ਸਿੱਕੇ ਰੱਖਦੇ ਨੇ ਲੋਕ, ਉਸ ਦੀਆਂ ਅੱਖਾਂ ਵਿੱਚ ਆਤਮ ਵਿਸ਼ਵਾਸ ਹੋਰ ਚਮਕ ਉੱਠਦਾ ਹੈ। ਮੇਰੇ ਕੋਲੋਂ ਲੰਘਣ ਲੱਗਦੀ ਜਦੋਂ ਉਹ, ਮੈਂ ਵੀ ਉਸ ਦੀਆਂ ਹਥੇਲੀਆਂ ਤੇ ਬਹੁਤ ਅਦਬ ਨਾਲ ਰੱਖਦਾ ਹਾਂ ਪੈਸੇ, ਉਸ ਦੀ ਆਸ ਨਾਲੋਂ ਕਿਤੇ ਵੱਧ। ਮੇਰੇ ਕੋਲੋਂ ਲੰਘਣ ਲੱਗਦੀ ਜਦੋਂ ਉਹ, ਮੈਂ ਵੀ ਉਸ ਦੀਆਂ ਹਥੇਲੀਆਂ ਤੇ ਬਹੁਤ ਅਦਬ ਨਾਲ ਰੱਖਦਾ ਹਾਂ ਪੈਸੇ, ਉਸ ਦੀ ਆਸ ਨਾਲੋਂ ਕਿਤੇ ਵੱਧ। ਇਹ ਸੋਚ ਕੇ ਕਿ ਉਸ ਦਾ ਆਪਣੇ ਗੀਤਾਂ ਵਿੱਚ ਯਕੀਨ ਬਣਿਆ ਰਹੇ, ਯਕੀਨ ਬਣਿਆ ਰਹੇ, ਉਸ ਦਾ ਇਹ ਵਿਸ਼ਵਾਸ ਹੋਵੇ ਹੋਰ ਵੀ ਪੱਕਾ ਕਿ ਇਸ ਦੌਰ ਵਿੱਚ ਜਿੱਥੇ 2 ਟੁੱਕ ਰੋਟੀ ਲਈ ਲੋਕ ਕਰ ਰਹੇ ਨੇ ਲੁੱਟਾਂ ਖੋਹਾਂ, ਉਸ ਦਾ ਇਹ ਵਿਸ਼ਵਾਸ ਹੋਵੇ ਹੋਰ ਵੀ ਪੱਕਾ ਕਿ ਇਸ ਦੌਰ ਵਿੱਚ ਜਿੱਥੇ 2 ਟੁੱਕ ਰੋਟੀ ਲਈ ਲੋਕ ਕਰ ਰਹੇ ਨੇ ਲੁੱਟਾਂ ਖੋਹਾਂ, ਕੱਟ ਰਹੇ ਨੇ ਜੇਬਾਂ, ਵੇਚ ਰਹੇ ਨੇ ਜਿਸਮ, ਉਸ ਦੌਰ ਵਿੱਚ ਵੀ ਇੱਕ ਨਿੱਕੀ ਜਿਹੀ ਕੁੜੀ ਕਮਾ ਸਕਦੀ ਹੈ ਸ਼ਾਮ ਦੀ ਰੋਟੀ, ਬੱਸ ਵਿੱਚ ਗੀਤ ਗਾ ਕੇ। ਬਣਿਆ ਰਹੇ ਉਸ ਦਾ ਆਪਣੇ ਗੀਤਾਂ ਵਿੱਚ ਯਕੀਨ, ਬਣਿਆ ਰਹੇ ਉਸ ਦਾ ਆਪਣੇ ਗੀਤਾਂ ਵਿੱਚ ਯਕੀਨ। ਗੀਤਾਂ ਵਿੱਚ ਯਕੀਨ, ਕਿਆ ਬਾਤ ਹੈ ਜੀ, ਵਾਕਈ ਬਹੁਤ ਵਧੀਆ ਤੁਹਾਡੀਆਂ ਰਚਨਾਵਾਂ ਅੱਜ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝੀਆਂ ਕੀਤੀਆਂ। ਦਿਲ ਤਾਂ ਨਹੀਂ ਕਰ ਰਿਹਾ ਹੁਣ ਤੁਹਾਤੋਂ ਵਿਦਾ ਲੈਣ ਦਾ, ਲੇਕਿਨ ਕੀ ਕਰੀਏ, ਸਮੇਂ ਵੀ ਸਾਨੂੰ ਦੇਖਣਾ ਪੈਂਦਾ, ਸਮੇਂ ਦੇ ਨਾਲ ਚੱਲਣਾ ਪੈਂਦਾ, ਕਿਉਂਕਿ ਸਾਡੇ ਜਿਹੜੇ ਅਗਲੇ ਸ਼ੋਅ ਉਹ ਵੀ ਰੈਡੀ ਕਰਨੇ ਪੈਂਦੇ ਨੇ ਸਾਨੂੰ। ਸੋ ਅਮਰਜੀਤ ਜੀ, ਅਸੀਂ ਜੇ ਤੁਸੀਂ ਆਖਰੀ 1 ਅੱਧੇ ਮਿੰਟ 'ਚ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨਾਲ, ਫਤਿਹ ਸਾਂਝੀ ਕਰਨਾ ਚਾਹੁੰਦੇ ਕਰ ਲਓ, ਤੇ ਕਿਉਂਕਿ ਸਮੇਂ ਸਾਡੇ ਕੋਲ ਬਹੁਤ ਰਹਿ ਗਿਆ। ਨਹੀਂ, ਆਖਰ ਤੇ ਬਸ ਮੈਂ ਸਰਬਜੀਤ ਜੀ ਤੁਹਾਡਾ ਤੇ ਤੁਹਾਡੇ ਪ੍ਰੋਗਰਾਮ ਦਾ, ਚੈਨਲ ਦਾ, ਟੀਵੀ ਦਾ, ਮੈਂ ਇਹਨਾਂ ਦਾ ਜਿਹੜਾ ਧੰਨਵਾਦ ਹੀ ਕਰਨਾ ਚਾਹੂੰਗਾ। ਤੁਸੀਂ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਜਿਹੜਾ ਮੈਂ ਜਿਹੜੀ ਆਪਣੀਆਂ ਕਵਿਤਾਵਾਂ ਤੁਹਾਡੇ ਸਾਰੇ ਜਿਹੜਾ ਮਤਲਬ ਸਾਰੇ ਦੁਨੀਆ 'ਚ ਵੱਸਦੇ ਸਾਰੇ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ, ਤੁਸੀਂ ਮੇਰੀ ਸਾਂਝ ਪਵਾਈ, ਮੈਂ ਤੁਹਾਡਾ ਤਹਿ ਦਿਲੋਂ ਇਸ ਗੱਲ ਲਈ ਰਹਿਣੀ ਆ। ਫਿਰ ਕਦੇ ਨਾ ਕਦੇ ਫਿਰ ਮਿਲਾਂਗੇ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ ਅਮਰਜੀਤ ਭਾਜੀ, ਤੁਹਾਡਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਨਾਲ ਤੁਸੀਂ ਜੁੜੇ ਹੋ ਇੰਡੀਆ ਤੋਂ ਇਸ ਵੇਲੇ ਇੰਨੀ ਰਾਤ ਨੂੰ, ਔਰ ਅਸੀਂ ਇਹੀ ਉਮੀਦ ਕਰਾਂਗੇ ਤੁਸੀਂ ਵਧੀਆ ਵਧੀਆ ਲਿਖਦੇ ਰਹੋ ਔਰ ਉਹ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਰੱਖਣ। ਸੋ ਪਿਆਰੇ ਦਰਸ਼ਕੋ, ਇਹ ਸੀ ਅੱਜ ਦੇ ਸਾਡੇ ਗੈਸਟ ਅਮਰਜੀਤ ਕੌਂਕੇ ਜੀ, ਜੋ ਸਾਡੇ ਇੰਡੀਆ ਨਾਲ ਜੁੜੇ ਸੀ। ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਏਗਾ। ਹਮੇਸ਼ਾ ਦੀ ਤਰ੍ਹਾਂ ਮੈਂ ਤੁਹਾਨੂੰ ਫਿਰ ਇਹੀ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਜ਼ਰੂਰ ਆਪਣੀ ਫੀਡਬੈਕ ਦਿਆ ਕਰੋ, ਤਾਂ ਕਿ ਅਸੀਂ ਤੁਹਾਡੇ ਇਸ ਪ੍ਰੋਗਰਾਮ ਨੂੰ ਵਧੀਆ ਤੋਂ ਵਧੀਆ ਬਣਾ ਕੇ ਅੱਗੇ ਲਿਜਾ ਸਕੀਏ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਤੁਸੀਂ ਆਪਣਾ ਅਗਲੇ ਹਫ਼ਤੇ ਤੱਕ ਬਹੁਤ ਸਾਰਾ ਖਿਆਲ ਰੱਖਣਾ ਤੇ ਆਪਣੀ ਦੁਆਵਾਂ 'ਚ ਮੈਨੂੰ ਯਾਦ ਰੱਖਣਾ। ਰੱਬ ਰਾਖਾ।